ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਬਠਿੰਡਾ ਖਬਰਨਾਮਾ। ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਖਾਸ ਖਬਰਾਂ ਤੇ। ਚੋਣ ਪ੍ਰਬੰਧਾਂ ਦੀ ਚੁਣੌਤੀ ਨਾਲ ਨਿਪਟਣ ਲਈ ਸਰਕਾਰੀ ਤੰਤਰ ਹੋਇਆ ਸਰਗਰਮ। ਚੋਣ ਜ਼ਾਬਤਾ ਸਖਤੀ ਨਾਲ ਲਾਗੂ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਹਨ ਹਦਾਇਤਾਂ। ਚੋਣ ਅਧਿਕਾਰੀਆਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਹੋਇਆ ਤੇਜ਼। ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਕੀਤਾ ਜਾ ਰਿਹਾ ਹੈ ਪੁਖਤਾ। ਬਠਿੰਡਾ ਵਿੱਚ ਪੁੱਜੀਆਂ BSF ਦੀਆਂ 3 ਕੰਪਨੀਆਂ। ਥਾਂ-ਥਾਂ ਤੇ ਨਾਕਾਬੰਦੀ ਕਰਕੇ ਕੀਤੀ ਜਾ ਰਹੀ ਹੈ ਚੈਕਿੰਗ। ਇੰਟਰਸਟੇਟ ਬਾਰਡਰ ਵੀ ਕੀਤਾ ਗਿਆ ਸੀਲ। ਵੋਟਾਂ ਨੇੜੇ ਆਉਂਦਿਆਂ ਹੀ ਨੇਤਾ ਜੀ ਚੱਲੇ ਡੇਰਿਆਂ ਵੱਲ। ਕਾਂਗਰਸ, ਆਪ ਅਤੇ ਭਾਜਪਾ ਆਗੂ ਪੁੱਜੇ ਡੇਰਾ ਸਲਾਵਤਪੁਰਾ ਨਾਮ ਚਰਚਾ ਵਿੱਚ। ਚੋਣਾਂ ਮੌਕੇ ਤੇਜ਼ੀ ਨਾਲ ਵਧਣ ਲੱਗਿਆ ਕਰੋਨਾ ਦਾ ਪ੍ਰਕੋਪ। ਸੋਮਵਾਰ ਨੂੰ ਬਠਿੰਡਾ ਵਿੱਚ 203 ਨਵੇਂ ਕਰੋਨਾ ਪੋਜ਼ਿਟਿਵ ਮਰੀਜ਼ ਆਏ ਸਾਹਮਣੇ। ਅਤੇ ਕਿਸਾਨ ਆਗੂ ਰੁਲਦੂ ਸਿੰਘ ਹੋਣਗੇ ਮਾਨਸਾ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ, ਖੁਦ ਕੀਤਾ ਐਲਾਨ। ਤੇ ਹੁਣ ਬੁਲੇਟਿਨ ਦੀ ਤਫਸੀਲ ਸ਼ੁਰੂ ਕਰੀਏ। ਇਸ ਤੋਂ ਪਹਿਲਾਂ ਗੱਲ ਕਰਦੇ ਹਾਂ ਬੁਲੇਟਿਨ ਦੀ ਵੱਡੀ ਖਬਰ ਦੀ। ਬੁਲੇਟਿਨ ਦੀ ਵੱਡੀ ਖਬਰ ਚੋਣਾਂ ਨਾਲ ਜੁੜੀ ਹੋਈ ਹੈ ਤੇ ਇਸ ਵੇਲੇ ਸੂਬੇ ਦੇ ਵਿੱਚ ਚੋਣ ਬਿਗਲ ਵੱਧ ਚੁੱਕਿਆ ਹੈ। ਹਰ ਪਾਸੇ ਚੋਣ ਤਿਆਰੀਆਂ ਜਿਹੜੀਆਂ ਨੇ ਉਹ ਚਾਕ ਚੌਬੰਦ ਕੀਤੀਆਂ ਜਾ ਰਹੀਆਂ ਨੇ। ਚੋਣ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਖਾਸ ਕਰਕੇ ਸੁਰੱਖਿਆ ਪ੍ਰਬੰਧਾਂ ਵੱਲ ਧਿਆਨ ਦਿੱਤਾ ਗਿਆ ਹੈ ਔਰ ਕਹਿ ਲਈਏ ਸੂਬੇ ਵਿੱਚ ਹਰ ਥਾਂ ਤੇ ਜਿੱਥੇ ਪੈਰਾਮਿਲਟਰੀ ਫੋਰਸਿਸ ਤਾਇਨਾਤ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਨੂੰ ਵੀ ਮੁਸਤੈਦ ਕੀਤਾ ਜਾ ਰਿਹਾ ਹੈ। ਤੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਚੋਣ ਪ੍ਰਬੰਧਾਂ ਦੇ ਨਾਲ ਜੁੜਿਆ ਹੋਇਆ ਜਿੰਨਾ ਅਮਲਾ ਫੈਲਾ ਹੈ, ਹੇਠਾਂ ਤੋਂ ਲੈ ਕੇ ਮੁੱਖ ਚੋਣ ਅਧਿਕਾਰੀ ਤੱਕ ਹਰ ਕੋਈ ਵਿਅਸਤ ਨੇ ਇਹਨਾਂ ਪ੍ਰਬੰਧਾਂ ਨੂੰ ਚੁਸਤ ਦਰੁਸਤ ਕਰਨ ਦੇ ਵਾਸਤੇ, ਕਿਉਂਕਿ ਮਹਿਜ਼ 34 ਦਿਨ ਦਾ ਸਮਾਂ ਜਿਹੜਾ ਉਹ ਬਚਿਆ ਹੈ ਵੋਟਿੰਗ ਪ੍ਰਕਿਰਿਆ ਜਿਹੜੀ ਆ ਉਹ ਮੁਕੰਮਲ ਚੜਾਉਣ ਦੇ ਲਈ। ਇਸ ਦੇ ਦਰਮਿਆਨ ਚੋਣ ਪ੍ਰਚਾਰ ਬਹੁਤ ਅਹਿਮ ਹੁੰਦਾ ਹੈ। ਇਸ ਵਾਰ ਚੋਣ ਪ੍ਰਚਾਰ ਹੋਰ ਵੀ ਜ਼ਿਆਦਾ ਅਹਿਮ ਹੈ ਕਿਉਂਕਿ ਕੋਵਿਡ ਨਿਯਮਾਂ ਦੇ ਚੱਲਦਿਆਂ ਚੋਣ ਪ੍ਰਚਾਰ ਦਾ ਰੰਗ ਰੂਪ ਪੂਰੀ ਤਰ੍ਹਾਂ ਬਦਲਿਆ ਨਜ਼ਰ ਆ ਰਿਹਾ ਹੈ। ਸੋ ਜਿਹੜੀ ਚੋਣ ਪ੍ਰਬੰਧਾਂ ਦੇ ਨਾਲ ਜੁੜੇ ਹੋਏ ਅਧਿਕਾਰੀ ਨੇ ਉਹਨਾਂ ਦੀ ਜ਼ਿੰਮੇਵਾਰੀ ਇਸ ਵਾਰ ਹੋਰ ਵੱਧ ਗਈ ਹੈ। ਤਸਵੀਰਾਂ ਤੁਹਾਨੂੰ ਪਹਿਲਾਂ ਵਿਖਾਉਂਦੇ ਹਾਂ ਸੁਰੱਖਿਆ ਪ੍ਰਬੰਧਾਂ ਦੀਆਂ। ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਤੁਹਾਨੂੰ ਹੁਣ ਆਪਣੇ ਆਲੇ ਦੁਆਲੇ 'ਚ ਵੇਖਣ ਨੂੰ ਮਿਲਣਗੇ ਜਿਹੜੇ ਚੋਣਾਂ ਦੇ ਮੱਦੇਨਜ਼ਰ ਕੀਤੇ ਗਏ ਨੇ। ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ BSF ਦੀਆਂ ਤਸਵੀਰਾਂ ਨੇ। BSF ਦੀਆਂ 3 ਕੰਪਨੀਆਂ ਬਠਿੰਡਾ ਦੇ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਨੇ। ਅੱਜ ਇਹ 3 ਕੰਪਨੀਆਂ ਪਹੁੰਚ ਗਈਆਂ ਨੇ। ਪਹੁੰਚ ਹੀ ਨਹੀਂ ਗਈਆਂ ਬਲਕਿ ਇਹਨਾਂ ਨੇ ਆਪਣਾ ਜਿੰਮਾ ਵੀ ਸੰਭਾਲ ਲਿਆ। ਥਾਂ-ਥਾਂ ਦੇ ਉੱਤੇ ਨਾਕਾਬੰਦੀ ਕਰਕੇ ਇਹਨਾਂ BSF ਦੇ ਜਵਾਨਾਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। IG ਬਠਿੰਡਾ ਜਸਕਰਨ ਸਿੰਘ ਨੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਪੂਰੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਦੱਸਿਆ ਹੈ ਕਿ 3 ਕੰਪਨੀਆਂ ਜਿਹੜੀਆਂ BSF ਦੀਆਂ ਉਹ ਬਠਿੰਡਾ ਪਹੁੰਚ ਚੁੱਕੀਆਂ ਨੇ। 1 ਕੰਪਨੀ ਮਾਨਸਾ ਪਹੁੰਚ ਚੁੱਕੀ ਹੈ। ਇਹਨਾਂ ਨੇ ਆਪਣਾ ਕੰਮ ਜਿਹੜਾ ਉਹ ਸੰਭਾਲ ਲਿਆ ਤੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਇਹ ਜਿਹੜੀਆਂ BSF ਦੀਆਂ ਕੰਪਨੀ ਆਈਆਂ ਨੇ 50 ਪੁਲਿਸ ਨਾਲ ਮਿਲ ਕੇ 24 ਘੰਟੇ ਇਹਨਾਂ ਦੀ ਨਾਕਾਬੰਦੀ ਰਹੇਗੀ ਔਰ 65 ਥਾਵਾਂ ਨੂੰ ਜਿਹੜਾ ਉਹ ਸ਼ਨਾਖਤ ਕੀਤਾ ਗਿਆ। 65 ਅਹਿਮ ਥਾਵਾਂ ਨੇ ਜਿੱਥੇ ਨਾਕਾਬੰਦੀ ਕੀਤੀ ਜਾਏਗੀ ਤੇ ਇਹਨਾਂ ਦੇ ਵਿੱਚੋਂ ਖਾਸ ਕਰਕੇ ਇੰਟਰਸਟੇਟ ਬਾਰਡਰ ਜਿਹੜਾ ਉਹ ਬਠਿੰਡਾ ਜ਼ਿਲ੍ਹੇ ਲਈ ਖਾਸ ਮਾਇਨੇ ਰੱਖਦਾ ਹੈ। ਡੱਬਵਾਲੀ ਵਾਲੇ ਪਾਸੇ ਖਾਸ ਤੌਰ ਤੇ ਇਸ ਬਾਰਡਰ ਦੇ ਉੱਤੇ ਖਾਸ ਤੌਰ ਤੇ ਮੁਸਤੈਦੀ ਤੇ ਸਖਤ ਜਿਹੜੀ ਆ ਉਹ ਪੁਲਿਸ ਚੌਕਸੀ ਵਧਾਈ ਗਈ ਹੈ ਤੇ ਇਸ ਦੇ ਨਾਲ ਹੀ ਹਿਸਟਰੀ ਸੀਟਰ ਜੋ ਅਪਰਾਧੀ ਨੇ ਉਹਨਾਂ ਤੇ ਖਾਸ ਨਜ਼ਰ ਪੁਲਿਸ ਦੀ ਬਣੀ ਰਹੇਗੀ। ਇਹ ਜਿਹੜੀ ਜਾਣਕਾਰੀ ਹੈ IG ਬਠਿੰਡਾ ਜਸਕਰਨ ਸਿੰਘ ਨੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਜਿਹੜੀ ਅੱਜ ਦਿੱਤੀ ਹੈ ਤੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ 75% ਅਸਲਾ ਜਿਹੜਾ ਉਹ ਜ਼ਿਲ੍ਹੇ ਦੇ ਵਿੱਚ ਜਮ੍ਹਾਂ ਹੋ ਚੁੱਕਿਆ ਹੈ ਤੇ ਕਿਉਂਕਿ ਚੋਣਾਂ ਦੇ ਮੱਦੇਨਜ਼ਰ ਅਸਲਾ ਜਿਹੜਾ ਉਹ ਜਮ੍ਹਾਂ ਕਰਵਾਇਆ ਜਾਂਦਾ ਹੈ। ਬਹੁਤ ਹੀ ਖਾਸ ਕੇਸਾਂ ਦੇ ਵਿੱਚ ਹੀ ਕਿਤੇ ਰਾਹਤ ਜਿਹੜੀ ਉਹ ਦਿੱਤੀ ਜਾਂਦੀ ਹੈ। ਹਰ ਇੱਕ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਜੋ ਨਿੱਜੀ ਅਸਲਾ ਹੈ ਉਹ ਜਮ੍ਹਾਂ ਕਰਵਾਇਆ ਜਾਵੇ। ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਦੇ ਸਿਰ ਇਹ ਜ਼ਿੰਮਾ ਹੁੰਦਾ ਹੈ। ਪਹਿਲਾਂ ਤੋਂ ਇਹ ਪ੍ਰਕਿਰਿਆ ਜਿਹੜੀ ਸੀ ਉਹ ਚੱਲ ਰਹੀ ਸੀ। ਅਸਲਾ ਜਿਹੜਾ ਉਹ 75% ਤੱਕ ਹੁਣ ਤੱਕ ਜਮ੍ਹਾਂ ਕਰਵਾ ਲਿਆ ਗਿਆ ਹੈ। ਪੁਲਿਸ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਹੋਰ ਵੱਧ ਗਈ ਹੈ। ਹੁਣ ਅਗਲੇ ਦਿਨਾਂ ਦੇ ਵਿੱਚ ਅਸਲਾ ਜਿਹੜਾ ਉਹ 100% ਜਮ੍ਹਾਂ ਹੋਣਾ ਚਾਹੀਦਾ ਹੈ ਤਾਂ ਕਿ ਚੋਣਾਂ ਦੇ ਵਿੱਚ ਕੋਈ ਗਲਤ ਅਨਸਰ ਇਸ ਚੀਜ਼ ਦਾ ਫਾਇਦਾ ਨਾ ਚੁੱਕ ਸਕਣ। ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਆਪਣੀ TV ਸਕਰੀਨ ਤੇ ਕਿ ਕਿਸ ਤਰ੍ਹਾਂ BSF ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ। ਥਾਂ-ਥਾਂ ਦੇ ਉੱਤੇ ਨਾਕੇਬੰਦੀ ਕੀਤੀ ਗਈ ਹੈ
ਤਲਾਸ਼ੀ ਜਿਹੜੀ ਹੈ ਉਹ ਵਾਹਨਾਂ ਦੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਸਖਤੀ ਜਿਹੜੀ ਹੈ ਉਹ ਅਗਲੇ ਦਿਨਾਂ ਦੇ ਵਿੱਚ ਲਗਾਤਾਰ ਵੱਧਦੀ ਜਾਏਗੀ, ਕਿਉਂਕਿ ਜਿੱਥੇ ਕਹਿ ਲਈਏ ਕਿ ਚੋਣਾਂ ਜਿਹੜੀਆਂ ਨੇ ਉਹ ਆ ਗਈਆਂ ਨੇ, 14 ਫਰਵਰੀ ਨੂੰ VOTING ਹੋਣੀ ਹੈ, ਉੱਥੇ ਹੀ ਦੂਜੇ ਪਾਸੇ ਗਣਤੰਤਰ ਦਿਵਸ ਦਿਹਾੜਾ ਵੀ ਨੇੜੇ ਆ ਰਿਹਾ। 26 ਜਨਵਰੀ ਨੂੰ ਜਿਹੜਾ ਗਣਤੰਤਰ ਦਿਵਸ ਆ ਰਿਹਾ, ਇਸ ਦੇ ਮੱਦੇਨਜ਼ਰ ਪਹਿਲਾਂ ਵੀ ਸਖਤੀ ਕੀਤੀ ਜਾਂਦੀ ਹੈ, ਪਰ ਇਸ ਵਾਰ ਇਹ ਸਖਤੀ ਹੋਰ ਕਿਤੇ ਜ਼ਿਆਦਾ ਹੋਏਗੀ, ਕਿਉਂਕਿ ਚੋਣਾਂ ਦੇ ਮੱਦੇਨਜ਼ਰ ਜਿਹੜਾ ਇਹ ਸੁਰੱਖਿਆ ਵਧਾਉਣੀ ਲਾਜ਼ਮੀ ਹੁੰਦੀ ਹੈ। ਸੁਰੱਖਿਆ ਚੌਕਸੀ ਜਿਹੜੀ ਵਧਾ ਦਿੱਤੀ ਗਈ ਹੈ। ਇਹ ਤਸਵੀਰਾਂ ਖਾਸ ਤੌਰ ਤੇ ਬਿਆਨ ਕਰ ਰਹੀਆਂ ਨੇ। ਇਲੈਕਸ਼ਨ ਦੀਆਂ ਡੇਟਾ ਅਨਾਉਂਸ ਹੋ ਗਈਆਂ ਔਰ ਇਹਦੇ ਬਾਰੇ ਅਸੀਂ ਆਲਰੇਡੀ ਕਾਫੀ ਪ੍ਰਬੰਧ ਜਿਹੜੇ ਸਿਕਿਉਰਿਟੀ ਪੱਖੋਂ ਕੀਤੇ ਹੋਏ ਨੇ, ਤਾਂ ਕਿ ਇਹ ਜਿਹੜੀਆਂ ਇਲੈਕਸ਼ਨਸ ਨੇ ਬਹੁਤ ਸਮੂਥ ਔਰ ਪੀਸਫੁਲ ਹੋਣ। ਇਹਦੇ ਵਾਸਤੇ ਅਸੀਂ ਇੱਕ 3 ਟਾਇਰ ਸਿਕਿਉਰਿਟੀ ਪ੍ਰੋਗਰਾਮਸ ਬਣਾਏ ਹੋਏ ਨੇ, ਜਿਹਦੇ ਵਿੱਚ ਕੀ ਤੁਹਾਨੂੰ ਪਤਾ ਹੀ ਹੈ ਕਿ ਬਠਿੰਡਾ ਰੇਂਜ ਜਿਹੜੀ ਹੈ ਇੱਕ ਬਾਰਡਰਿੰਗ ਡਿਸਟ੍ਰਿਕਟ ਹੈ, ਹਰਿਆਣਾ ਦੇ ਨਾਲ ਇਹਦਾ ਬਾਰਡਰ ਲੱਗਦਾ। ਸੋ ਇੱਕ ਤਾਂ ਅਸੀਂ ਉਸ ਜਿਹੜੇ ਇੰਟਰ ਸਟੇਟ ਨਾਕੇ ਪਲਾਨ ਕੀਤੇ ਨੇ। ਬਠਿੰਡਾ ਤੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਤਕਰੀਬਨ 65 ਕੁ ਐਂਟਰੀ ਪੁਆਇੰਟਸ ਬਣਦੇ ਨੇ, ਕੱਚੇ ਪੱਕੇ ਸਾਰੇ ਰਸਤੇ ਜਿਹੜੇ ਹੈ ਉਹਨਾਂ ਦੇ ਵਿੱਚ ਜਿਹੜੇ ਅਸੀਂ ਉਹਨਾਂ ਨੂੰ ਕਵਰ ਕਰਾਂਗੇ। ਔਰ ਉੱਥੇ ਅਸੀਂ ਆਪਣੀ ਜਿਹੜੀ ਹੈਗੀ ਹੈ 24 ਆਵਰ ਜਿਹੜੀ ਚੈਕਿੰਗ ਦਾ ਪਲਾਨ ਕੀਤਾ ਹੈ ਪ੍ਰੋਪਰ ਸਿਸਟਮ ਦੇ ਨਾਲ, ਤਾਂ ਕਿ ਕੋਈ ਵੀ ਜਿਹੜਾ ਕੋਈ ਉੱਥੋਂ ਕੋਈ ਗੈਰ ਜ਼ਿੰਮੇਵਾਰ ਜਾਂ ਕੋਈ ਕ੍ਰਿਮੀਨਲ ਜਾਂ ਕੋਈ ਹੋਰ ਇਹੋ ਜਿਹਾ ਨਸ਼ਾ ਪਤਾ ਉਹ ਇਸ ਸਟੇਟ ਦੇ ਵਿੱਚ ਨਾ ਆਵੇ। ਸੈਕੰਡਲੀ ਜਿਹੜੇ ਸਾਡੇ ਸਿਟੀਜ਼ ਨੇ ਜਾਂ ਜਿਹੜੇ ਏਰੀਆਜ਼ ਨੇ ਉਹਦੇ ਵਿੱਚ ਵੀ ਅਸੀਂ ਇੰਟਰਨਲ ਨਾਕੇਜ਼ ਵੀ ਲਾਏ ਨੇ ਔਰ ਨਾਲ ਉਹਦੇ ਪੈਟਰੋਲਿੰਗ ਵੀ ਰੱਖੀਆਂ ਨੇ। ਨਾਕਿਆਂ ਦੇ ਵਿੱਚ ਸ਼ਿਫਟਿੰਗ ਨਾਕਾਜ਼ ਨੇ, ਹਰ ਪੁਲਿਸ ਸਟੇਸ਼ਨ ਦੇ ਵਿੱਚ 2-2, 3-3 ਨਾਕੇ ਜਿਹੜੇ ਹੈ ਉਹ ਸ਼ਿਫਟਿੰਗ ਡਿਫਰੈਂਟ ਟਾਈਮਸ ਤੇ ਡਿਫਰੈਂਟ ਏਰੀਆਜ਼ ਦੇ ਵਿੱਚ ਉਹਨੂੰ ਲਾ ਰਹੇ ਆ, ਜਿਹਦੇ ਵਿੱਚ ਕ੍ਰਿਮੀਨਲ ਦੇ ਰਿਕਾਰਡਸ ਵਗੈਰਾ ਉਹ ਆਲਰੇਡੀ ਖੰਗਾਲੇ ਗਏ ਨੇ। ਔਰ ਜਿਹੜੇ ਸਾਡੇ ਇਸ ਏਰੀਏ ਦੇ ਵਿੱਚ POs ਨੇ ਜਾਂ ਜਿਹੜੇ ਬੇਲ ਜੰਪਰਸ ਨੇ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਵੈਰੀਫਾਈ ਵੀ ਕੀਤਾ ਜਾ ਰਿਹਾ, ਉਹਨਾਂ ਨੂੰ ਫੜਿਆ ਜਾ ਰਿਹਾ ਔਰ ਹੋਰ ਵੀ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਦੇ ਰਿਕਾਰਡਸ ਦੇਖੇ ਜਾ ਰਹੇ ਹੈ, ਤਾਂ ਕਿ ਇਸ ਜਿਹੜੀ ਇਲੈਕਸ਼ਨ ਪ੍ਰੋਸੈਸ ਬਿਲਕੁਲ ਪੀਸਫੁਲ ਹੋਵੇ। ਇਹਦੇ ਨਾਲ ਹੁਣ ਤੱਕ ਜਿਹੜੀਆਂ ਸਾਡੇ ਕੋਲ ਜਿਹੜੀਆਂ ਲੈਂਡ ਕਰ ਗਈਆਂ ਨੇ 4 ਕੰਪਨੀਆਂ, 3 ਬਠਿੰਡਾ ਦੇ ਵਿੱਚ ਤੇ 1 ਮਾਨਸੇ ਦੇ ਵਿੱਚ ਹੈ। ਆਲਮੋਸਟ ਫਿਰ ਬਾਕੀ ਕੁਝ 20 ਤਰੀਕ ਤੱਕ ਹੋਰ ਆਉਣਗੀਆਂ। ਸੋ ਲਗਭਗ 25 ਤੋਂ 30 ਕੰਪਨੀਆਂ ਅਲਟੀਮੇਟਲੀ ਇਲੈਕਸ਼ਨ ਪ੍ਰੋਸੈਸ ਵਾਸਤੇ ਜਿਹੜੀਆਂ ਅਸੀਂ ਡਿਮਾਂਡ ਕੀਤੀਆਂ ਨੇ, ਲੇਕਿਨ ਉਹਨਾਂ 'ਚੋਂ 4 ਕੰਪਨੀਆਂ ਹੁਣ ਤੱਕ ਆ ਗਈਆਂ ਨੇ, ਜਿਹਦੇ ਨਾਲ ਅਸੀਂ ਇਹਨਾਂ ਦੀ ਵਰਤੋਂ ਕਰਦਿਆਂ ਹੋਇਆਂ ਡੋਮੀਨੇਸ਼ਨ ਕਰਾਂਗੇ, ਏਰੀਏ ਦੀ ਨਾਕੇ ਵਗੈਰਾ ਲਵਾਵਾਂਗੇ। ਪਲੱਸ ਜਿਹੜੇ ਅਸੀਂ ਕੁਝ ਸ਼ੁਰੂ ਕਰ ਦਿੱਤੇ ਨੇ ਜਿਹੜੇ ਡੋਮੀਨੇਸ਼ਨ ਏਰੀਆ ਦੇ ਇਸ ਫੋਰਸ ਦੇ ਨਾਲ ਉਹ ਅਸੀਂ ਕਰ ਰਹੇ ਹਾਂ। ਵਿਦ ਦੀ ਪ੍ਰੋਸੈਸ ਹੌਲੀ ਹੋਰ ਵੀ ਜਿਹੜੀਆਂ ਇਹ ਕੰਪਨੀਆਂ ਆਉਂਦੀਆਂ ਰਹਿਣਗੀਆਂ ਔਰ ਉਹਨਾਂ ਦੇ ਜਿਵੇਂ ਆਉਣਗੇ ਅਸੀਂ ਉਹਨਾਂ ਦੀ ਜਿਹੜੀ ਹੈ ਫੁੱਲ ਯੂਟੀਲਾਈਜੇਸ਼ਨ ਉਹ ਕਰਾਂਗੇ। ਇਹਦੇ ਨਾਲ ਜਿਹੜੇ ਵੈਪਨ ਡਿਪੋਜ਼ਿਟਰੀ ਅਸੀਂ ਸ਼ੁਰੂ ਕਰ ਦਿੱਤੀ ਹੈਗੀ ਆ। ਜਿਹੜੇ ਵੈਪਨ ਸੀਗੇ ਉਹ ਤਕਰੀਬਨ 75% ਜਿਹੜੇ ਵੈਪਨ ਜਿਹੜੇ ਆ ਡਿਪੋਜ਼ਿਟ ਹੋ ਚੁੱਕੇ ਨੇ ਔਰ ਜਿਹੜੇ ਬੰਦਿਆਂ ਦੇ ਲਈ ਕੋਈ ਥ੍ਰੈਟ ਪਰਸੈਪਸ਼ਨ ਨੂੰ ਦੇਖਦਿਆਂ ਹੋਇਆ ਜਿਹੜੀ ਐਗਜ਼ੈਂਪਸ਼ਨ ਹੁੰਦੀ ਹੈ ਥਰੂ ਡਿਪਟੀ ਕਮਿਸ਼ਨਰ ਐਂਡ SSP, ਉਹ ਪ੍ਰੋਸੈਸ ਵੀ ਜਾਰੀ ਹੈ ਔਰ ਵਿਦਨ ਫਿਊ ਡੇਜ਼ ਜਿਹੜਾ ਸਿਰਫ ਜਿਹੜੇ ਆਥੋਰਾਈਜ਼ ਹੀ ਹੋਣਗੇ ਉਹਨਾਂ ਕੋਲ ਵੈਪਨ ਰਹਿਣਗੇ, ਬਾਕੀ ਸਾਰੇ ਹੀ ਵੈਪਨਸ ਜਿਹੜੇ ਆ ਉਹ ਡਿਪੋਜ਼ਿਟ ਹੋ ਜਾਣਗੇ, ਤਾਂ ਕਿ ਕੋਈ ਵੀ ਲਾਅ ਐਂਡ ਆਰਡਰ ਐਂਗਲ ਤੋਂ ਕੋਈ ਇਹੋ ਜਿਹੀ ਚੀਜ਼ ਨਾ ਵਾਪਰ ਸਕੇ। ਇਸ ਗੱਲ ਲਈ ਅਸੀਂ ਸਾਰੀ ਹੀ ਫੋਰਸ ਨੂੰ ਬਰੀਫ ਵੀ ਕੀਤਾ ਹੋਇਆ ਔਰ ਸੈਨੇਟਾਈਜ਼ ਵੀ ਕੀਤਾ ਹੈ ਕਿ ਅਸੀਂ ਜਿਹੜੀ ਇਲੈਕਸ਼ਨ ਹੈਗੀ ਹੈ ਬਿਲਕੁਲ ਫੇਅਰ, ਪੀਸਫੁਲ ਔਰ ਕੋਈ ਵੀ ਕਿਸੇ ਕਿਸਮ ਚੀਜ਼ ਦੀ ਜਿਹੜੀ ਹੈ ਅਨਸਖਾਵੀ ਜਿਹੜੀ ਘਟਨਾ ਨਾ ਵਾਪਰ ਸਕੇ। ਇਹੀ ਨਹੀਂ, ਦੂਜੇ ਪਾਸੇ ਜ਼ਿਲ੍ਹਾ ਅਧਿਕਾਰੀ ਜਾਂ ਕਹਿ ਲਈਏ ਮੁੱਖ ਚੋਣ ਅਧਿਕਾਰੀ ਤੋਂ ਲੈ ਕੇ ਹੇਠਾਂ ਤੱਕ ਦਾ ਅਮਲਾ ਫੈਲਾ ਉਹ ਮੈਰਾਥਨ ਮੀਟਿੰਗਾਂ ਦੇ ਵਿੱਚ ਜੁਟ ਗਿਆ। ਕਿਵੇਂ ਚੋਣ ਪ੍ਰਬੰਧਾਂ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਅੰਜਾਮ ਤੱਕ ਪਹੁੰਚਾਇਆ ਜਾਵੇ ਤੇ ਆਦਰਸ਼ ਚੋਣ ਜ਼ਾਬਤੇ ਦੀ ਜਿਹੜੀ ਉਹ ਪਾਲਣਾ ਕਿਵੇਂ ਸਖਤੀ ਨਾਲ ਕਰਵਾਈ ਜਾਵੇ। ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਾਂਗ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਵੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜੀ ਹੈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਤੇ ਜ਼ਿਲ੍ਹੇ ਦੇ ਹੋਰ ਵੱਖ-ਵੱਖ ਅਧਿਕਾਰੀਆਂ ਦੇ ਨਾਲ ਤੇ ਵਿਧਾਨ ਸਭਾ ਹਲਕਿਆਂ ਦੇ ਆਰਓਜ਼ ਨਾਲ ਇੱਕ ਮੀਟਿੰਗ ਜਿਹੜੀ ਹੈ ਉਹ ਕੀਤੀ ਹੈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਜਿਹੜਾ ਉਹ ਲੱਗ ਚੁੱਕਿਆ ਹੈ। ਇਸ ਚੋਣ ਜ਼ਾਬਤੇ ਨੂੰ ਕਿਵੇਂ ਸਹੀ ਰੂਪ 'ਚ ਲਾਗੂ ਕਰਨਾ ਹੈ, ਇਹ ਸਾਰੇ ਵਿਚਾਰ ਮਸ਼ਵਰੇ ਹੋਏ ਨੇ ਤੇ ਨਾਲ ਹੀ ਹੁਕਮ ਦਿੱਤੇ ਗਏ ਨੇ ਕਿ ਕਿਸੇ ਵੀ ਤਰ੍ਹਾਂ ਚੋਣ ਜ਼ਾਬਤੇ ਦੀ ਉਲੰਘਣਾ ਜਿਹੜੀ ਹੈ ਉਹ ਨਾ ਹੋਵੇ।
ਖਾਸ ਕਰਕੇ ਕੋਵਿਡ-19 ਦੇ ਤਹਿਤ ਜਾਰੀ ਨਿਯਮਾਂ ਦੀ ਇਨਵੈਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਅਜਿਹੇ ਹੁਕਮ ਜਿਹੜੇ ਨੇ ਇਹਨਾਂ ਮੀਟਿੰਗਾਂ ਦੇ ਵਿੱਚ ਦਿੱਤੇ ਜਾ ਰਹੇ ਨੇ। ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਇਹ ਵੀ ਦੱਸਿਆ ਹੈ ਇਸ ਮੀਟਿੰਗ ਦੇ ਵਿੱਚ ਕਿ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣਗੀਆਂ ਤੇ ਇਹਨਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਨੇ। ਤਾਂ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ 21 ਜਨਵਰੀ ਨੂੰ ਭਰਨੇ ਸ਼ੁਰੂ ਹੋ ਜਾਣਗੇ, ਜੋ 28 ਜਨਵਰੀ ਤੱਕ ਭਰੇ ਜਾਣਗੇ। 29 ਜਨਵਰੀ ਨੂੰ ਦਾਖਲ ਹੋਏ ਨਾਮਜ਼ਦਗੀ ਪੱਤਰਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ। 31 ਜਨਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਦੱਸ ਦਈਏ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ 6 ਵਿਧਾਨ ਸਭਾ ਹਲਕੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਰਾਮਪੁਰਾ ਫੂਲ, ਪੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ ਅਤੇ ਮੌੜ ਸ਼ਾਮਲ ਨੇ। ਇਹਨਾਂ ਲਈ ਕੁੱਲ ਜਿਹੜੇ ਨੇ ਉਹ 1192 ਪੋਲਿੰਗ ਸਟੇਸ਼ਨ ਬਣਾਏ ਜਾਣੇ ਨੇ। ਵੋਟਾਂ ਦੀ ਸਰਸਰੀ ਸੁਧਾਈ ਦਾ ਕੰਮ ਜਿਹੜਾ ਉਹ 5 ਜਨਵਰੀ ਤੱਕ ਮੁਕੰਮਲ ਕਰ ਲਿਆ ਗਿਆ ਹੈ ਤੇ ਇਸ ਤੋਂ ਬਾਅਦ ਜੋ ਵੋਟਰਾਂ ਦੀ ਸੰਖਿਆ ਸਾਹਮਣੇ ਆਈ ਹੈ ਬਠਿੰਡਾ ਜ਼ਿਲ੍ਹੇ ਦੇ ਵਿੱਚ ਉਹ ਹੈ 1,56,568 ਵੋਟਰ, ਜਿਨ੍ਹਾਂ ਦੇ ਵਿੱਚੋਂ 88,729 ਮਰਦ ਨੇ ਔਰ 79,463 ਔਰਤਾਂ ਵੋਟਰ ਨੇ। ਥਰਡ ਜੈਂਡਰ ਜਿਹੜੇ ਨੇ ਉਹ 23 ਨੇ। ਇਸ ਤੋਂ ਇਲਾਵਾ 4974 ਸਰਵਿਸ ਵੋਟਰ ਨੇ, ਜਿਨ੍ਹਾਂ ਵਿੱਚੋਂ 4918 ਮਰਦ ਵੋਟਰ ਨੇ ਤੇ 56 ਔਰਤਾਂ ਸ਼ਾਮਲ ਨੇ। ਇਹਨਾਂ ਮੀਟਿੰਗਾਂ ਦੇ ਵਿੱਚ ਚੋਣ ਅਧਿਕਾਰੀਆਂ ਦੇ ਵੱਲੋਂ ਖਾਸ ਤੌਰ ਤੇ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ 15 ਜਨਵਰੀ 2022 ਤੱਕ ਕੋਈ ਵੀ ਚੋਣ ਰੈਲੀ, ਰੋਡ ਸ਼ੋਅ, ਬਾਈਕ ਰੈਲੀ ਜਾਂ ਫਿਰ ਸਾਈਕਲ ਰੈਲੀ ਵਗੈਰਾ ਬਿਲਕੁਲ ਨਹੀਂ ਕੀਤੀ ਜਾ ਸਕੇਗੀ ਤੇ ਪਾਰਟੀਆਂ ਨੂੰ ਡਿਜੀਟਲ ਮਾਧਿਅਮ ਦੇ ਰਾਹੀਂ ਚੋਣ ਪ੍ਰਚਾਰ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ। ਸੋ ਇਸ ਵਾਰ ਬਿਲਕੁਲ ਵੱਖਰੇ ਤਰ੍ਹਾਂ ਦੇ ਚੋਣ ਦ੍ਰਿਸ਼ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਔਰ ਕਰੋਨਾ ਦੇ ਮੱਦੇਨਜ਼ਰ ਅਜਿਹਾ ਹੀ ਕੁਝ ਅੱਗੇ ਹੋਣ ਦੀ ਉਮੀਦ ਜਿਹੜੀ ਆ ਉਹ ਪ੍ਰਗਟਾਈ ਜਾ ਰਹੀ ਹੈ। ਇਹ ਵੀ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਾਸ ਤੌਰ ਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਚੋਣ ਰੈਲੀਆਂ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਚੋਣ ਰੈਲੀਆਂ ਤੋਂ ਬਿਨਾਂ ਜਿਹੜਾ ਉਹ ਆਮ ਵੋਟਰ ਨਾਲ, ਪੰਜਾਬ ਦੇ ਵਿੱਚ ਆਮ ਵੋਟਰ ਨਾਲ ਸੰਪਰਕ ਬਣਾਉਣਾ ਸੌਖਾ ਨਹੀਂ ਹੈ, ਸੰਭਵ ਨਹੀਂ ਹੈ। ਇਹ ਕਿਹਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ। ਉਹਨਾਂ ਕਿਹਾ ਕਿ ਸਾਰੇ ਵੋਟਰ ਜਿਹੜੇ ਨੇ ਉਹ ਡਿਜੀਟਲ ਤਰੀਕੇ ਨਾਲ ਪਹੁੰਚ ਨਹੀਂ ਰੱਖਦੇ, ਸਾਰੇ ਵੋਟਰਾਂ ਤੱਕ ਪਹੁੰਚ ਕਰਨੀ ਆਸਾਨ ਨਹੀਂ ਹੈ। ਸੋ ਉਹਨਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਫੈਸਲੇ ਤੇ ਮੁੜ ਵਿਚਾਰ ਕੀਤੀ ਜਾਵੇ ਤੇ ਨਾਲ ਹੀ ਜੋ ਪੰਜਾਬ ਦਾ ਚੋਣ ਮਾਹੌਲ ਇਸ ਵੇਲੇ ਸਿਆਸੀ ਤੌਰ ਤੇ ਭਖਦਾ ਜਾ ਰਿਹਾ ਹੈ ਉਸ ਦੇ ਵਿੱਚ ਇੱਕ ਹੋਰ ਨਵਾਂ ਜਿਹੜਾ ਉਹ ਉਬਾਲ ਆਇਆ ਹੈ। ਵਿਕਰਮ ਸਿੰਘ ਮਜੀਠੀਆ, ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਅੱਜ ਜਿਹੜੀ ਹੈ ਮਾਨਯੋਗ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਮਿਲ ਗਈ ਹੈ ਤੇ ਇਹ ਜ਼ਮਾਨਤ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਇੱਕ ਜੋਸ਼ ਪਾਇਆ ਜਾ ਰਿਹਾ ਹੈ। ਵੱਖ-ਵੱਖ ਜਿਹੜੇ ਸੀਨੀਅਰ ਆਗੂ ਨੇ ਉਹ ਆਪਣੇ ਆਪਣੇ ਤਰੀਕੇ ਨਾਲ ਇਸ ਨੂੰ ਸੱਚ ਦੀ ਜਿੱਤ ਦੱਸ ਰਹੇ ਨੇ, ਟਵੀਟ ਕਰਕੇ ਜਾਂ ਫਿਰ ਹੋਰਨਾਂ ਤਰੀਕਿਆਂ ਦੇ ਰਾਹੀਂ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਸੱਚ ਦੀ ਜਿੱਤ ਜਿਹੜਾ ਉਹ ਦੱਸਿਆ ਹੈ। ਇਸੇ ਤਰ੍ਹਾਂ ਦਾ ਟਵੀਟ ਜਿਹੜਾ ਹੈ ਉਹ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਇਆ ਹੈ। ਬਿਲਕੁਲ ਇਸੇ ਤਰ੍ਹਾਂ ਦਾ ਟਵੀਟ ਜਿਹੜਾ ਹੈ ਉਹ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਕੀਤਾ ਹੈ। ਹੋਰ ਵੀ ਅਕਾਲੀ ਆਗੂ ਇਸ ਨੂੰ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਅਗਾਊਂ ਜ਼ਮਾਨਤ ਹੋਈ ਹੈ ਉਸ ਨੂੰ ਸੱਚ ਦੀ ਜਿੱਤ ਦੱਸਿਆ ਤੇ ਇਧਰ ਜਦੋਂ ਪੰਜਾਬ ਦੇ ਵਿੱਚ ਚੋਣ ਮਾਹੌਲ ਭਖ ਗਿਆ ਤਾਂ ਦੂਜੇ ਪਾਸੇ ਡੇਰਾ ਪ੍ਰੇਮੀ ਸਲਾਮਤਪੁਰਾ ਦੇ ਵਿੱਚ ਇਕੱਠੇ ਹੋਏ। ਸ਼ਾਸਤ ਨਾਮ ਦੇ ਜਨਮ ਦਿਹਾੜੇ ਮੌਕੇ ਇਹ ਡੇਰਾ ਪ੍ਰੇਮੀ ਨਾਮ ਚਰਚਾ ਲਈ ਇਕੱਠੇ ਹੋਏ ਸੀ, ਪਰ ਇੱਥੇ ਜਿਹੜਾ ਸਿਆਸੀ ਆਗੂਆਂ ਦਾ ਜਮਾਵੜਾ ਵੀ ਲੱਗਿਆ। ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਦੇ ਆਗੂ ਜਿਹੜੇ ਸੀ ਉਹ ਇੱਥੇ ਪਹੁੰਚੇ ਇਸ ਨਾਮ ਚਰਚਾ ਦੇ ਵਿੱਚ। ਸੋ ਜ਼ਾਹਿਰ ਹੈ ਦੁਬਾਰਾ ਉਸ ਤਰ੍ਹਾਂ ਦਾ ਜਿਹੜਾ ਇੱਕ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂ ਜਿਹੜੇ ਨੇ ਉਹ ਡੇਰਿਆਂ ਦੇ ਵਿੱਚ ਜਾ ਕੇ ਪੈਰ ਫੜਨ ਲੱਗੇ ਨੇ। ਹੁਣ ਵੇਖਣਾ ਹੋਏਗਾ ਕਿ ਇਸ ਵਾਰ ਦ੍ਰਿਸ਼ ਕਿਹੋ ਜਿਹਾ ਹੁੰਦਾ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਪਿਛਲੀਆਂ ਕੁਝ ਚੋਣਾਂ ਰਹੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਡੇਰਾ ਫੈਕਟਰ ਜ਼ਿਆਦਾ ਜਿਹੜਾ ਉਹ ਪ੍ਰਭਾਵਸ਼ਾਲੀ ਸਾਬਤ ਨਹੀਂ ਹੋਇਆ। ਸੋ ਇਸ ਵਾਰ ਫਿਰ ਤੋਂ ਕੁਝ ਪਾਰਟੀਆਂ ਦੇ ਸਿਆਸੀ ਆਗੂਆਂ ਨੇ ਡੇਰਾ ਵੋਟ ਤੇ ਟੇਕ ਲਗਾਈ ਜਿਹੜੀ ਆ ਉਹ ਵਿਖਾਈ ਦੇ ਰਹੀ ਹੈ। ਜਿਸ ਤਰ੍ਹਾਂ ਇਹ ਸਿਆਸੀ ਆਗੂ ਡੇਰਾ ਸਲਾਮਤਪੁਰਾ ਦੇ ਵਿੱਚ ਨਾਮ ਚਰਚਾ ਦੌਰਾਨ ਪਹੁੰਚੇ, ਉਸ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਜ਼ੋਰ ਫੜ ਗਈਆਂ ਨੇ। ਹੁਣ ਤੁਹਾਨੂੰ ਦੱਸ ਦਈਏ ਕਿ ਸਲਾਮਤਪੁਰਾ ਦੀ ਇਸ ਨਾਮ ਚਰਚਾ ਦੌਰਾਨ ਕਿਹੜੇ-ਕਿਹੜੇ ਆਗੂ ਖਾਸ ਤੌਰ ਤੇ ਪਹੁੰਚੇ। ਇਹਨਾਂ ਦੇ ਵਿੱਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ, ਸੁਰਜੀਤ ਕੁਮਾਰ ਜਾਣੀ ਤੇ ਆਮ ਆਦਮੀ ਪਾਰਟੀ ਦੇ ਆਗੂ ਜਗਰੂਪ ਗਿੱਲ ਤੇ ਕਾਂਗਰਸ ਵੱਲੋਂ ਸਾਬਕਾ ਮੰਤਰੀ ਹਰਮਿੰਦਰ ਜੱਸੀ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ, ਇਹ ਸਾਰੇ ਹਾਜ਼ਰ ਸੀ ਜੋ ਬੀਤੇ ਦਿਨੀ ਸਲਾਮਤਪੁਰਾ ਡੇਰੇ ਦੇ ਵਿੱਚ ਨਾਮ ਚਰਚਾ ਹੋਈ। ਤੇ ਇਧਰ ਸਿਆਸੀ ਦਲਬਦਲੀ ਜਿਹੜੀ ਹੈ ਉਹ ਰੰਗ ਦਿਖਾਉਣ ਲੱਗੀ ਹੈ। ਆਮ ਆਦਮੀ ਪਾਰਟੀ ਨੇ ਅਕਾਲੀ ਦਲ ਤੋਂ ਗਏ ਆਗੂ
ਅਮਿਤ ਰਤਨ ਕੋਟਫੱਤਾ ਨੂੰ ਬਠਿੰਡਾ ਦਿਹਾਤੀ ਤੋਂ ਟਿਕਟ ਦੇ ਦਿੱਤੀ ਹੈ। ਅਮਿਤ ਰਤਨ ਕੋਟਫੱਤਾ ਪਿਛਲੀ ਵਾਰ ਰੁਪਿੰਦਰ ਰੂਬੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੁਪਿੰਦਰ ਰੂਬੀ ਤੋਂ ਹਾਰੇ ਸਨ ਤੇ ਇਸ ਵਾਰ ਉਹਨਾਂ ਦੀ ਟੱਕਰ ਜਿਹੜੀ ਹੈ ਪ੍ਰਕਾਸ਼ ਸਿੰਘ ਭੱਟੀ ਦੇ ਨਾਲ ਹੈ, ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ। ਬਠਿੰਡਾ ਦਿਹਾਤੀ ਤੋਂ ਪਹਿਲਾਂ ਹੀ ਅਕਾਲੀ ਦਲ ਜਿਹੜਾ ਆਪਣਾ ਉਮੀਦਵਾਰ ਐਲਾਨ ਕਰ ਚੁੱਕਿਆ ਹੈ। ਉਸ ਤੋਂ ਬਾਅਦ ਅਮਿਤ ਰਤਨ ਕੋਟਫੱਤਾ ਜਿਹੜੇ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਗਏ ਸੀ, ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤਾ ਹੈ। ਦੱਸ ਦਈਏ ਕਿ ਬਠਿੰਡਾ ਦਿਹਾਤੀ ਉਹੀ ਹਲਕਾ ਹੈ ਜਿੱਥੋਂ ਰੁਪਿੰਦਰ ਕੌਰ ਰੂਬੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤੇ ਸੀ ਤੇ ਉਸ ਤੋਂ ਬਾਅਦ ਪਾਰਟੀ ਛੱਡ ਕੇ ਚਲੇ ਗਏ ਸੀ ਤੇ ਰੂਬੀ ਦੀ ਥਾਂ ਇਸ ਵਾਰ ਆਮ ਆਦਮੀ ਪਾਰਟੀ ਨੇ ਅਮਿਤ ਰਤਨ ਕੋਟਫੱਤਾ ਤੇ ਆਪਣਾ ਦਾਅ ਖੇਡਿਆ। ਹਾਲਾਂਕਿ ਇਸ ਵਾਰ ਅਮਿਤ ਰਤਨ ਕੋਟਫੱਤਾ ਨੂੰ ਵੋਟਰਾਂ ਦੇ ਇਸ ਸਵਾਲ ਦਾ ਸਿੱਧਤ ਨਾਲ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਕੀ ਗਰੰਟੀ ਹੈ ਕਿ ਉਹ ਕੱਲ੍ਹ ਉਹ ਪਾਰਟੀ ਨਹੀਂ ਛੱਡਣਗੇ, ਕਿਉਂਕਿ ਇੱਕ ਪਾਸੇ ਜਿੱਥੇ ਉਹਨਾਂ ਦੀ ਪਹਿਲਾਂ ਦੀ ਵਿਧਾਇਕਾ ਚੁਣੀ ਹੋਈ ਪਾਰਟੀ ਛੱਡ ਕੇ ਚਲੀ ਗਈ, ਉੱਥੇ ਖੁਦ ਅਮਿਤ ਰਤਨ ਕੋਟਫੱਤਾ ਵੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਆਏ ਨੇ। ਸੋ ਕਹਿ ਲਈਏ ਕਿ ਵਿਸ਼ਵਾਸਯੋਗਤਾ ਸਿੱਧ ਕਰਨੀ ਕਾਫੀ ਮੁਸ਼ਕਿਲ ਹੋਏਗੀ ਹਲਕੇ ਦੇ ਵੋਟਰਾਂ ਦੇ ਕੋਲ। ਅਮਿਤ ਰਤਨ ਕੋਟਫੱਤਾ ਦੇ ਲਈ ਇੱਕ ਅਲੱਗ ਤੋਂ ਚੁਣੌਤੀ ਚੋਣ ਪ੍ਰਚਾਰ ਦੇ ਦੌਰਾਨ ਸਾਹਮਣੇ ਆ ਸਕਦੀ ਹੈ। ਤੇ ਹੁਣ ਗੱਲ ਕਰ ਲਈਏ ਉਹਨਾਂ ਬੋਰਡਾਂ ਦੀ ਜੋ ਫਲੈਕਸ ਬੋਰਡ ਬੀਤੇ ਕਰੀਬ 1.5 ਮਹੀਨੇ ਤੋਂ ਲਗਾਤਾਰ ਲਗਾਏ ਜਾ ਰਹੇ ਸੀ। ਸ਼ਹਿਰ ਦੇ ਵਿੱਚ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਕੇ ਇਹ ਫਲੈਕਸ ਬੋਰਡ ਸਰਕਾਰ ਦੀ ਉਸਤਤ ਦੇ ਲਈ ਜੋ ਲਗਾਏ ਸੀ, ਉਹਨਾਂ ਫਲੈਕਸ ਬੋਰਡਾਂ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਨਗਰ ਨਿਗਮ ਦੇ ਕਰਮਚਾਰੀਆਂ ਨੇ ਲੱਗ ਕੇ ਉਤਾਰਿਆ। ਪੂਰੇ 2 ਦਿਨ ਤੱਕ ਲੱਗੇ ਨੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਸ਼ਹਿਰ ਦੇ ਵਿੱਚੋਂ ਇਹ ਫਲੈਕਸ ਉਤਾਰਨ ਦੇ ਲਈ। ਇੱਕ ਤਰ੍ਹਾਂ ਨਾਲ ਇਹ ਕਹਿ ਸਕਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਬਠਿੰਡਾ ਸ਼ਹਿਰ ਪੂਰੀ ਤਰ੍ਹਾਂ ਫਲੈਕਸ ਦੇ ਹੇਠਾਂ ਪੂਰੀ ਤਰ੍ਹਾਂ ਢਕਿਆ ਨਜ਼ਰ ਆ ਰਿਹਾ ਸੀ। ਹਰ ਗਲੀ ਚੌਰਾਹੇ ਦੇ ਉੱਤੇ, ਇੱਥੋਂ ਤੱਕ ਕਿ ਜੋ ਸੂਚਨਾ ਬੋਰਡ ਲੱਗੇ ਹੋਏ ਸੀ ਉਹ ਵੀ ਜਿਹੜੇ ਢੱਕ ਦਿੱਤੇ ਗਏ ਸੀ, ਉਹਨਾਂ ਉੱਪਰ ਵੀ ਵੱਡੇ ਵੱਡੇ ਨੇਤਾਵਾਂ ਦੇ ਪੋਸਟਰ ਚਿਪਕਾ ਦਿੱਤੇ ਗਏ ਸੀ। ਪੂਰੀ ਤਰ੍ਹਾਂ ਸ਼ਹਿਰ ਜਿਹੜਾ ਸੀ ਉਹ ਸੱਤਾਧਾਰੀ ਪਾਰਟੀ ਦੇ ਰੰਗ ਦੇ ਵਿੱਚ ਰੰਗਿਆ ਨਜ਼ਰ ਆ ਰਿਹਾ ਸੀ। ਸ਼ਹਿਰ ਦੇ ਇਹਨਾਂ ਬੋਰਡਾਂ ਨੂੰ, ਖਾਸ ਕਰਕੇ ਸੂਚਨਾ ਬੋਰਡਾਂ ਨੂੰ ਹੁਣ ਸਾਹ ਆਉਣ ਲੱਗਿਆ ਜਦੋਂ ਇਹਨਾਂ ਦੇ ਉੱਪਰੋਂ ਸਿਆਸੀ ਪਾਰਟੀਆਂ ਦੇ ਕਹਿ ਲਈਏ ਸਰਕਾਰੀ ਉਸਤਤ ਦੇ ਬੋਰਡ ਜਿਹੜੇ ਨੇ ਫਲੈਕਸ ਉਤਾਰ ਦਿੱਤੀਆਂ ਗਈਆਂ ਨੇ। ਉਸ ਤੋਂ ਬਾਅਦ ਲੋਕਾਂ ਲਈ ਥੋੜਾ ਸੌਖਾ ਹੋਇਆ, ਉਹ ਹੁਣ ਬੋਰਡ ਪੜ੍ਹ ਸਕਣਗੇ ਜੋ ਅਸਲ ਮਕਸਦ ਦੇ ਲਈ ਚੌਂਕਾਂ ਦੇ ਵਿੱਚ ਚੌਰਾਹਿਆਂ ਦੇ ਵਿੱਚ ਲਗਾਏ ਗਏ ਸੀ। ਉਹ ਮਕਸਦ ਹੁਣ ਦੁਬਾਰਾ ਹੱਲ ਹੋਣ ਲੱਗਿਆ ਜਦੋਂ ਕਿ ਇਹ ਪੂਰੀ ਤਰ੍ਹਾਂ ਢੱਕ ਦਿੱਤੇ ਗਏ ਸੀ। ਔਰ ਇਹਨਾਂ ਬੋਰਡਾਂ ਦੇ ਉੱਪਰੋਂ ਫਲੈਕਸਸ ਨੂੰ ਉਤਾਰਨ ਦੇ ਲਈ ਕਰੀਬ ਕਹਿ ਲਈਏ ਕਿ 48 ਘੰਟੇ ਦਾ ਸਮਾਂ ਲੱਗਿਆ ਹੈ ਨਗਰ ਨਿਗਮ ਦੇ ਕਰਮਚਾਰੀਆਂ ਨੂੰ। ਤੇ ਇਸ ਵੇਲੇ ਜਦੋਂ ਇੱਕ ਪਾਸੇ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਜਿਹੜਾ ਉਹ ਗਰਮਾਇਆ ਹੋਇਆ ਹੈ, ਦੂਜੇ ਪਾਸੇ ਕਰੋਨਾ ਆਪਣਾ ਅਸਰ ਦਿਖਾਉਣ ਲੱਗਿਆ ਹੈ। ਲਗਾਤਾਰ ਕਰੋਨਾ ਦਾ ਪ੍ਰਕੋਪ ਜਿਹੜਾ ਉਹ ਵੱਧਦਾ ਜਾ ਰਿਹਾ ਹੈ। ਜਿੱਥੇ ਪਹਿਲਾਂ ਇੱਕਾ ਦੁੱਕਾ ਮਰੀਜ਼ ਕਰੋਨਾ ਦੇ ਸਾਹਮਣੇ ਆਉਣ ਲੱਗੇ ਸੀ, ਹੁਣ ਦੁਬਾਰਾ ਸੈਂਕੜੇ ਦੀ ਸੰਖਿਆ ਦੇ ਵਿੱਚ ਕਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆਉਣ ਲੱਗੇ ਨੇ। ਤੇਜ਼ੀ ਨਾਲ ਕਰੋਨਾ ਵਾਇਰਸ ਇੱਕ ਵਾਰ ਫਿਰ ਫੈਲਣ ਲੱਗਿਆ। ਸੋ ਜ਼ਾਹਿਰ ਹੈ ਤੀਜੀ ਲਹਿਰ ਦਾ ਅਸਰ ਜਿਹੜਾ ਉਹ ਦਿਖਣ ਲੱਗਿਆ ਹੈ, ਤਾਂ ਕਰੋਨਾ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਦਾ ਅਸਰ ਵੀ ਵਧੇਗਾ। ਇੱਥੋਂ ਤੱਕ ਕਿ ਚੋਣ ਮਾਹੌਲ ਦੇ ਉੱਤੇ ਅਸਰ ਕਿੰਨਾ ਪੈ ਸਕਦਾ ਹੈ ਅੰਦਾਜ਼ਾ ਲਗਾ ਸਕਦੇ ਹੋ ਕਿ ਮੁੱਖ ਚੋਣ ਅਧਿਕਾਰੀ ਜੋ ਸੂਬੇ ਦੇ ਨੇ ਡਾਕਟਰ ਐਸ ਕਰਨਾ ਰਾਜੂ, ਉਹ ਵੀ ਕਰੋਨਾ ਪੋਜ਼ਿਟਿਵ ਆ ਚੁੱਕੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਹੀ ਕਰੋਨਾ ਪੋਜ਼ਿਟਿਵ ਪਾਏ ਗਏ ਸਨ ਤੇ ਉਹਨਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ। ਜ਼ਿਕਰਯੋਗ ਇਹ ਵੀ ਹੈ ਕਿ ਡਾਕਟਰ ਐਸ ਕਰਨਾ ਰਾਜੂ ਨੇ ਇੱਕ ਦਿਨ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਸੀ। ਹੁਣ ਉਹ ਘਰ ਤੋਂ ਚੋਣਾਂ ਦਾ ਕੰਮਕਾਜ ਦੇਖ ਰਹੇ ਨੇ। ਇਸ ਦੇ ਨਾਲ ਹੀ ਬੈਠਕ ਵਿੱਚ ਸ਼ਾਮਲ ਰਹੇ ਅਧਿਕਾਰੀ ਵੀ ਆਪਣਾ ਕਰੋਨਾ ਟੈਸਟ ਕਰਵਾ ਰਹੇ ਨੇ ਤੇ ਉਹਨਾਂ ਨੂੰ ਇਹ ਇਹਤਿਆਤ ਵਰਤਣ ਲਈ ਜਿਹੜਾ ਉਹ ਕਿਹਾ ਗਿਆ। ਸੋ ਜ਼ਾਹਿਰ ਹੈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ ਜਿਹੜੇ ਨੇ ਇਸ ਵੇਲੇ ਜਿੱਥੇ ਉਹਨਾਂ ਲਈ ਚੁਣੌਤੀ ਹੈ ਚੋਣ ਪ੍ਰਬੰਧਾਂ ਦੀ ਨਿਗਰਾਨੀ ਕਰਨੀ, ਚੋਣ ਪ੍ਰਬੰਧਾਂ ਨੂੰ ਸਹੀ ਤਰੀਕੇ ਨਾਲ ਅੰਜਾਮ ਤੱਕ ਲੈ ਕੇ ਜਾਣਾ, ਉੱਥੇ ਹੀ ਉਹ ਕਰੋਨਾ ਨਾਲ ਵੀ ਲੜ ਰਹੇ ਨੇ ਤੇ ਇਸ ਦੇ ਦਰਮਿਆਨ ਵੀ ਉਹ ਆਪਣੇ ਘਰ ਤੋਂ ਸਾਰਾ ਕੰਮਕਾਜ ਜਿਹੜਾ ਉਹ ਦੇਖ ਰਹੇ ਨੇ ਚੋਣ ਪ੍ਰਬੰਧਾਂ ਦਾ। ਤੇ ਦੂਜੇ ਪਾਸੇ ਬਠਿੰਡਾ ਦੀ ਵੀ ਗੱਲ ਕਰੀਏ ਤਾਂ ਬਠਿੰਡਾ ਵਿੱਚ ਵੀ ਲਗਾਤਾਰ ਕੇਸ ਜਿਹੜੇ ਨੇ ਕਰੋਨਾ ਦੇ ਵੱਧਦੇ ਜਾ ਰਹੇ ਨੇ। ਜ਼ਾਹਿਰ ਹੈ ਇਸ ਦਾ ਅਸਰ ਜਿਹੜਾ ਉਹ ਚੋਣ ਪ੍ਰਚਾਰ ਤੇ ਵੀ ਪਵੇਗਾ। ਪਹਿਲਾਂ ਤੋਂ ਹੀ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਡਿਜੀਟਲ ਚੋਣ ਪ੍ਰਚਾਰ ਜਿਹੜਾ ਉਹ ਕੀਤਾ ਜਾਏਗਾ। ਡੋਰ ਟੂ ਡੋਰ ਜੇ ਚੋਣ ਪ੍ਰਚਾਰ ਕਰਨਾ ਹੈ ਤਾਂ ਵੀ ਉਮੀਦਵਾਰ ਸਮੇਤ 5 ਤੋਂ ਵੱਧ ਵਿਅਕਤੀ ਚੋਣ ਪ੍ਰਚਾਰ ਨਹੀਂ ਕਰ ਸਕਣਗੇ। ਸੋ ਇਸ ਵਾਰ ਚੋਣ ਪ੍ਰਬੰਧਾਂ ਦੇ ਉੱਪਰ ਕਰੋਨਾ ਦਾ ਅਸਰ ਸਾਫ਼ ਦਿਖਦਾ ਨਜ਼ਰ ਆ ਰਿਹਾ ਹੈ। ਤੇ ਚੋਣਾਂ ਨਾਲ ਜੁੜੀ ਅਗਲੀ ਖਬਰ ਦਾ ਰੁਖ ਕਰਦੇ ਹਾਂ। ਸੰਯੁਕਤ ਸਮਾਜ ਮੋਰਚਾ ਕਿਸਾਨ ਜਥੇਬੰਦੀਆਂ ਵੱਲੋਂ ਜੋ ਬਣਾਇਆ ਗਿਆ ਹੈ, ਕੁਝ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ, ਉਹਨਾਂ ਦੇ ਵੱਲੋਂ ਬਣਾਇਆ ਗਿਆ ਹੈ। ਇਹਨਾਂ ਕਿਸਾਨ ਜਥੇਬੰਦੀਆਂ ਵੱਲੋਂ
ਹਾਲਾਂਕਿ ਉਮੀਦਵਾਰਾਂ ਦੀ ਸੂਚੀ ਪੂਰੀ ਤਰ੍ਹਾਂ ਜਾਰੀ ਨਹੀਂ ਕੀਤੀ ਗਈ, ਪਰ ਜਿਹੜਾ ਰੁਲਦੂ ਸਿੰਘ ਮਾਨਸਾ किसान आगू ने उन्होंने ऐलान किया है अपनी उम्मीदवारी का कि वो मानसा तो चोण लड़नगे संयुक्त समाज मोर्चे के वालों। हालांकि आम आदमी पार्टी नाल संयुक्त समाज मोर्चे का गठजोड़ जो होने दी अटकलबाजियां चलदियां सी उन्हां ते विराम लगता नज़र आ रहा है, क्योंकि आम आदमी पार्टी ज़्यादातर सीटां के उपर अपने उम्मीदवार ऐलान चुकी है। फिर भी मोर्चा जिहड़ा वो अपने चोण लड़न ते बाजिद है ते अज एक कदम होर अगे वधदे हां। मानसा तो रुलदू सिंह मानसा जिहड़े ने उन्होंने संयुक्त समाज मोर्चे का उम्मीदवार होने का ऐलान कर दिता है। सुनाउने उन्होंने की कहा। पंजाब दियां किसान जथेबंदियां वालों बनाए गए संयुक्त समाज मोर्चा च किसान आगू गुरनाम चड़ूनी दी पार्टी भी शामिल हो गई है, जिसदे बारे जानकारी दिंदियां पंजाब किसान यूनियन दे सूबा प्रधान ਅਤੇ संयुक्त किसान मोर्चा दे आगू रुलदू सिंह मानसा ने कहा कि संयुक्त समाज मोर्चा पंजाब दियां 117 सीटां ते विधान सभा चोण लड़ेगा ते ਉਹ खुद मानसा सीट तो चोण लड़नगे। 117 ਤੇ ਲੜਾਂਗੇ। 32 33 ਸੀਟਾਂ 34 ਅਜਰਬ ਨੇ। ਉਹ ਅਜਰਬ ਮਜ਼ਦੂਰਾਂ ਨੂੰ ਆਗੂਆਂ ਨੂੰ ਦਿੱਤੀਆਂ ਜਾਣਗੀਆਂ, ਜਿਹੜੇ ਮਤਲਬ ਆਗੂ ਨੇ ਇਸ ਮੌਜੂਦਾ ਦੇ ਵਿੱਚ ਚੰਗੇ ਆਗਾਂ ਵਧੂ ਆਗੂ ਨੂੰ ਦਿੱਤੀਆਂ ਜਾਣਗੀਆਂ। ਜਿਹੜੇ ਸ਼ਹਿਰੀ ਸੀਟਾਂ ਨੇ ਉਹ ਸ਼ਹਿਰੀ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਜਿਹੜੀਆਂ ਪਿੰਡੂ ਸੀਟਾਂ ਨੇਗੀਆਂ ਉਹ ਅਸੀਂ ਸਮਾਜ ਮੋਰਚੇ ਵਾਲੇ ਮਤਲਬ ਲੜਾਂਗੇ, ਜੱਜ ਕੇ ਲੜਾਂਗੇ। ਤੇ ਮੈਂ ਕਿਸਾਨ ਆਗੂ ਰੂਲ ਸਿੰਘ ਮਾਨਸਾ ਦੀ ਸੀਟ ਤੋਂ ਲੜੂੰਗਾ। ਇੱਥੋਂ ਹੀ ਮੇਰਾ ਬਣਦਾ ਹੱਕ ਬਣਦਾ, ਇੱਥੋਂ ਹੀ ਲੜੂੰਗਾ। ਮੋਰਚੇ ਨੂੰ ਜਿਹੜਾ ਵੱਡਾ ਹੌਸਲਾ ਮਿਲਿਆ, ਕੱਲ ਸਾਡਾ ਹਰਿਆਣੇ ਦਾ ਵੱਡਾ ਲੀਡਰ ਹੈ ਜਿਹੜਾ ਸਮਝ ਲਿਆ ਵੀ ਰਾਜੇ ਵਾਲੇ ਦੇ ਮੁਕਾਬਲੇ ਦਾ ਲੀਡਰ ਹੈ ਚੜੂਨੀ ਸਾਹਿਬ, ਉਹ ਸਾਡਾ ਮੋਰਚੇ ਦੇ ਵਿੱਚ ਆ ਗਏ। ਉਹਦੇ ਜਿਹੜਾ ਪਾਰਟੀ ਦੇ ਵਿੱਚ ਆ ਗਈ, ਬਾਕਾਇਦੇ ਉਹਦੇ ਬੰਦਿਆਂ ਨੂੰ ਵੀ ਸੀਟਾਂ ਦਿੱਤੀਆਂ ਨੇ, ਰਲ ਕੇ ਲੜਾਂਗੇ। ਤੇ ਜਿਹੜਾ ਕੇਜਰੀਵਾਲ ਨਾਲ ਗੱਲ ਚੱਲਦੀ ਸੀ ਸਾਡੀ, ਉਹ ਉਹਨਾਂ ਨਾਲ ਟੁੱਟ ਗਈ ਹੈ, ਨਾ ਸਿਰੇ ਚੜੀ ਹੈ। ਉਹ ਦੋ ਗੱਲਾਂ ਤੇ ਟੁੱਟੀ ਹੈ। ਇੱਕ ਤਾਂ ਅਸੀਂ 70% ਸੀਟਾਂ ਮੰਗਦੇ ਉੱਤੇ ਟੁੱਟੀ ਹੈ ਤਾਂ ਕਰਕੇ, ਇੱਕ ਅਸੀਂ ਆਪਦੇ ਨਿਸ਼ਾਨ ਤੇ ਲੜਨਾ ਚਾਹੁੰਦੇ ਸੀ ਵੀ ਅਸੀਂ ਕਿਸੇ ਦੇ ਵੱਜੇ ਨਾ ਰਹੀਏ ਤਾਂ ਕਰਕੇ ਟੁੱਟੀ ਹੈ। ਉਹਨਾਂ ਨਾਲ ਟੁੱਟ ਗਈ। ਹੁਣ ਅਸੀਂ ਇਕੱਲੇ ਇਲੈਕਸ਼ਨ ਲੜਾਂ। ਤੇ ਹੁਣ ਫਰੀਦਕੋਟ ਚੱਲਦੇ ਹਾਂ, ਜਿੱਥੇ ਸਾਡੀ ਖਬਰ ਦਾ ਅਸਰ ਦਿਖਿਆ ਹੈ। ਫਰੀਦਕੋਟ ਤੋਂ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਸਨ ਕਿ MLA ਕੁਸ਼ਲਦੀਪ ਢਿੱਲੋਂ ਦੇ ਜਿਹੜੇ ਪੋਸਟਰ ਨੇ ਬੋਰਡ ਨੇ ਨਹੀਂ ਉਤਾਰੇ ਜਾ ਰਹੇ, ਜਦੋਂ ਕਿ ਬਾਕੀ ਪਾਰਟੀਆਂ ਦੇ ਉਤਾਰੇ ਜਾ ਰਹੇ ਨੇ। ਦੱਸ ਦਈਏ ਕਿ ਹੁਣ ਉਹਨਾਂ ਦੇ ਬੋਰਡ ਵੀ ਉਤਾਰ ਦਿੱਤੇ ਗਏ ਨੇ। ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਹੈ ਖਬਰ ਚੱਲਣ ਤੋਂ ਬਾਅਦ। विधान सभा चोणां 2022 ਦੇ ਐਲਾਨ ਤੋਂ ਬਾਅਦ ਲੱਗੇ ਚੋਣ ਜਾਬਤੇ ਤਹਿਤ ਨਗਰ ਕੌਂਸਲ ਫਰੀਦਕੋਟ ਵੱਲੋਂ ਸ਼ਹਿਰ 'ਚ ਲੱਗੇ ਸਿਆਸੀ ਬੋਰਡ ਉਤਾਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ, ਜੋ ਉਸ ਵੇਲੇ ਸਵਾਲਾਂ ਦੇ ਘੇਰੇ 'ਚ ਆ ਗਈ ਜਦੋਂ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਬਾਕੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਬੋਰਡ ਤਾਂ ਉਤਾਰ ਦਿੱਤੇ, ਪਰ ਮੌਜੂਦਾ ਕਾਂਗਰਸੀ ਵਿਧਾਇਕ ਦੇ ਬੋਰਡ ਜਿਉਂ ਦੇ ਤਿਉਂ ਰਹਿਣ ਦਿੱਤੇ, ਜਿਸ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਇਤਰਾਜ਼ ਜ਼ਾਹਰ ਕੀਤਾ ਸੀ ਅਤੇ ਇਹ ਖਬਰ ਫਾਸਟਵੇ ਵੱਲੋਂ ਪ੍ਰਮੁੱਖਤਾ ਨਾਲ ਦਿਖਾਈ ਗਈ, ਜਿਸ ਦਾ ਅਸਰ ਇਹ ਹੋਇਆ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਹੁਣੇ ਬੋਰਡ ਉਤਾਰ ਦਿੱਤੇ ਹਨ। ਜਦੋਂ ਇਸ ਬਾਰੇ ਸੈਨੇਟਰੀ ਅਫਸਰ ਤੋਂ ਪੁੱਛਿਆ ਗਿਆ ਕਿ ਇਹ ਬੋਰਡ ਪਹਿਲਾਂ ਕਿਉਂ ਨਹੀਂ ਉਤਾਰੇ ਗਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਤੇ ਰੂਟ ਮੁਤਾਬਕ ਸਾਰੇ ਬੋਰਡ ਉਤਾਰੇ ਜਾਣਗੇ। ਦੇਖੋ ਜੀ, ਇਦਾਂ ਜਿੰਨੇ ਵੀ ਪਬਲਿਕ ਪਲੇਸਿਸ ਤੇ ਨੇ ਉਹ ਸਾਰੇ ਲਾ ਰਹੇ ਆ ਅਸੀਂ। ਔਰ ਰਹੇਗੀ ਗੱਲ ਪ੍ਰਾਈਵੇਟ ਥਾਵਾਂ ਤੇ, ਉਹ ਜਿਨ੍ਹਾਂ ਦੀ ਮਨਜ਼ੂਰੀਆਂ ਹੋਣਗੀਆਂ ਉਹਨਾਂ ਦੇ ਲੱਗਣਗੇ ਜੀ, ਬਾਕੀ ਸਾਰਿਆਂ ਦੇ ਵੀ ਲੈ ਜਾਣੇ ਜੀ। ਸਰ ਇਸ ਗੱਲੋਂ ਮੈਂ ਤਾਂ ਨਹੀਂ ਧਿਆਨ 'ਚ ਨਹੀਂਗਾ, ਬਟ ਇਹ ਆ ਵੀ ਅਸੀਂ ਸ਼ਨੀਵਾਰ ਦੇ ਲੱਗੇ ਹੋਏ ਆ। ਜਦੋਂ ਦਾ ਚੋਣ ਜਾਬਤਾ ਲੱਗਿਆ, ਅਸੀਂ ਕਿਸੇ ਦਾ ਵੀ ਪੋਸਟਰ ਕਿਸੇ ਵੀ ਪਾਰਟੀ ਦਾ ਅਸੀਂ ਨਹੀਂ ਛੱਡਿਆ। ਲੇਕਿਨ ਫਿਰ ਵੀ ਕੋਈ ਸਾਡਾ ਰੂਟ ਪਲੈਨਿੰਗ ਦੇ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ। ਵੈਸੇ ਸਾਡੇ ਵੱਲੋਂ ਕੋਈ ਨਹੀਂ ਛੱਡਿਆ ਗਿਆ, ਅਸੀਂ ਹਰ ਇੱਕ ਦੇ ਉਤਾਰੇ ਆ, ਚਾਹੇ ਕੋਈ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਵਾ। ਫਰੀਦਕੋਟ ਤੋਂ ਰਾਜੀਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਚੋਣ ਤਿਆਰੀਆਂ ਨੂੰ ਲੈ ਕੇ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਕਿ ਵੱਖੋ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉੱਚ ਅਧਿਕਾਰੀਆਂ ਦੇ ਵੱਲੋਂ, ਤੇ ਇਸੇ ਤਰ੍ਹਾਂ ਦੀ ਮੀਟਿੰਗ ਕੀਤੇ ਜਾਣ ਤੋਂ ਬਾਅਦ ਜ਼ਿਲ੍ਹਾ ਅਧਿਕਾਰੀਆਂ ਨੇ ਪ੍ਰੈਸ ਨੂੰ ਸੰਬੋਧਨ ਕੀਤਾ ਫਾਜ਼ਿਲਕਾ ਦੇ ਵਿੱਚ। ਚੋਣ ਜਾਬਤਾ ਲੱਗਣ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਚੋਣਾਂ ਸੰਬੰਧੀ ਫਾਜ਼ਿਲਕਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਗਏ ਇੰਤਜ਼ਾਮਾਂ ਸੰਬੰਧੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਅਤੇ ਐਸਐਸਪੀ ਸਚਿਨ ਗੁਪਤਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਫਾਜ਼ਿਲਕਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ 'ਚ ਚੋਣਾਂ ਕਰਵਾਈਆਂ ਜਾਣਗੀਆਂ ਤੇ ਕੋਵਿਡ ਨੂੰ ਲੈ ਕੇ ਬੂਥਾਂ ਤੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣਗੇ। ਹੁਣ ਇਲੈਕਸ਼ਨ ਦਾ ਪ੍ਰੋਸੈਸ ਸਟਾਰਟ ਹੋ ਗਿਆ ਹੈ। ਉਹਦੇ ਵਾਸਤੇ ਜੋ ਵੀ ਅਸੀਂ ਡਿਸਟ੍ਰਿਕਟ ਨੇ ਆਪਣੇ ਅਰੇਂਜਮੈਂਟਸ ਕਰਨੇ ਨੇ, ਆਪਣੀ ਪੋਲ ਡੇ ਵਾਸਤੇ ਅਰੇਂਜਮੈਂਟਸ ਕਰਨੇ ਨੇ, ਸਿਕਿਉਰਿਟੀ ਵਾਸਤੇ ਅਰੇਂਜਮੈਂਟਸ ਕਰਨੇ ਨੇ,
ਉਹਦੇ ਵਿੱਚ ਅਸੀਂ ਮਾਡਲ ਕੋਡ ਆਫ ਕੰਡਕਟ ਜਿਵੇਂ ਸ਼ੁਰੂ ਹੋ ਗਿਆ, ਤੇ ਉਹਦੇ ਵਾਸਤੇ ਅਸੀਂ ਆਪਣੀ SSTs ਜਿਹੜੀਆਂ ਕਿ ਸਾਡੀਆਂ ਟੀਮਾਂ ਵਾਚ ਕਰਨਗੀਆਂ ਉਹ ਬਣਾਈਆਂ ਨੇ, ਫਲਾਈਂਗ ਸਕੁਐਡਸ ਬਣਾਏ ਨੇ, ਸਾਡੀਆਂ ਅਲੱਗ-ਅਲੱਗ ਟੀਮਸ ਨੇ ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਕੰਮਾਂ ਨੂੰ ਦੇਖਾਂਗੇ। ਤੁਹਾਡੇ ਕੋਲ FST ਸਾਡੇ ਕੋਲ 9 ਅਸੀਂ ਪਰ AC ਦੇ ਵਿੱਚ ਬਣਾਈਆਂ ਨੇ, ਹਰ ਇੱਕ ਕਨਸਟੀਚੁਐਂਸੀ ਨੇ ਆਪਣੀ ਆਪਣੀ ਬਣਾਈ ਹੈ ਜਿਹੜੀ ਕਿ 24 ਘੰਟੇ ਕੰਮ ਕਰਨਗੀਆਂ। ਸਾਡੇ ਕੋਲ SSTs ਹੈਗੀਆਂ ਨੇ 24, 6 ਪਰ ਕਨਸਟੀਚੁਐਂਸੀ। ਇਹ ਹੁੰਦੇ ਨੇ ਉਹ ਨਾਕੇ ਜਿਹੜੇ ਕਿ ਅਸੀਂ ਇੱਕ ਦੋ ਜਗ੍ਹਾ ਜਿੱਥੇ ਵੀ ਫਿਕਸ ਕਰਾਂਗੇ ਐਜ਼ ਪਰ ਰਿਕੁਆਇਰਮੈਂਟ। ਇਸ ਤੋਂ ਇਲਾਵਾ ਸਾਡੇ ਕੋਲ ਵੋਟਰ ਹੈਲਪਲਾਈਨ ਨੰਬਰ ਹੈਗਾ 1950 ਜਿਹੜਾ ਕਿ 24 ਘੰਟੇ ਚੱਲਦਾ ਹੈ। ਜੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੰਪਲੇਂਟ ਹੈ ਤਾਂ ਉਹ ਉੱਥੇ ਸਾਡਾ ਕਾਲ ਕਰਕੇ ਆਪਣੀ ਕੰਪਲੇਂਟ ਲਿਖਾ ਸਕਦਾ ਹੈ। ਇਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਇਲੈਕਸ਼ਨ ਸ਼ੁਰੂ ਹੋ ਗਏ ਨੇ। ਆਇਡੈਂਟੀਫਿਕੇਸ਼ਨ ਆਫ ਵੋਟਰ ਐਟ ਪੋਲਿੰਗ ਸਟੇਸ਼ਨਸ, ਜਦੋਂ ਕੋਈ ਵੋਟ ਪਾਉਣ ਜਾਂਦਾ ਹੈ ਤਾਂ ਉਹਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ, ਅਸੀਂ ਤੁਹਾਨੂੰ ਉੱਥੇ ਜਿਹੜੇ ਡਾਕੂਮੈਂਟਸ ਐਲੀਜੀਬਲ ਹੈਗੇ ਨੇ, ਆਧਾਰ ਕਾਰਡ, ਨਰੇਗਾ ਜੌਬ ਕਾਰਡ, ਪਾਸਬੁੱਕ ਵਿਦ ਫੋਟੋਗ੍ਰਾਫ ਇਸ਼ੂਡ ਬਾਈ ਬੈਂਕ ਪੋਸਟ ਆਫਿਸ, ਹੈਲਥ ਇੰਸ਼ੋਰੈਂਸ ਸਮਾਰਟ ਕਾਰਡ, ਲੇਬਰ ਦਾ ਜਿਹੜਾ ਕਾਰਡ ਹੁੰਦਾ ਹੈ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਇੰਡੀਅਨ ਪਾਸਪੋਰਟ, ਪੈਨਸ਼ਨ ਡਾਕੂਮੈਂਟਸ, ਸਰਵਿਸ ਆਇਡੈਂਟੀਟੀ ਕਾਰਡ ਵਿਦ ਫੋਟੋਗ੍ਰਾਫਸ ਜਿਨ੍ਹਾਂ ਦੇ ਕਿ ਤੁਸੀਂ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਜਿਸ ਵੀ ਅਦਾਰੇ ਦੇ ਵਿੱਚ ਤੁਸੀਂ ਕੋਈ ਕੰਮ ਕਰਦੇ ਹੋ। ਇਹ ਇਸ ਲਈ ਹੈ ਕਿ ਕਈ ਵਾਰੀ ਲਾਸਟ ਮਿੰਟ ਦੇ ਉੱਤੇ ਬਹੁਤ ਕਿਓਸ ਪੈਦਾ ਹੋ ਜਾਂਦਾ, ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਕਿਵੇਂ ਜਾਈਏ। ਉਸ ਤੋਂ ਇਲਾਵਾ ਸਾਡੇ BLOs ਉਹਨਾਂ ਦਿਨਾਂ ਦੇ ਵਿੱਚ ਸਲਿੱਪਸ ਵੀ ਦਿੰਦੇ ਹੈਗੇ ਨੇ ਜਿਹੜੀਆਂ ਕਿ ਅਥੈਂਟਿਕ ਹੁੰਦੀਆਂ ਨੇ, ਉਹਦੇ ਨਾਲ ਵੀ ਤੁਸੀਂ ਵੋਟਰ ਪਾਉਂਦੇ ਹੋ। ਇਸ ਵਾਰੀ ਜਿਹੜਾ ਹੈਗਾ ਅਸੀਂ ਵੋਟਰ ਇਨਫੋਰਮੇਸ਼ਨ ਸਲਿੱਪਸ ਜਿਹੜੇ ਇਲੈਕਸ਼ਨ ਦੇ ਨੇੜੇ ਜਾ ਕੇ ਭੇਜਦੇ ਹੈਗੇ ਆ, ਉਹ ਅਸੀਂ ਭੇਜਾਂਗੇ, ਜਿਹਦੇ ਵਿੱਚ ਕਿ ਵੋਟਰ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੁਹਾਡਾ ਕਿਹੜਾ ਬੂਥ ਹੈਗਾ ਆ, ਕਿਹੜੇ ਏਰੀਏ ਦੇ ਵਿੱਚ ਹੈ, ਕਿੱਥੇ ਤੁਹਾਡੀ ਲੋਕੇਸ਼ਨ ਹੈ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਹੈਗਾ ਹਰ ਇੱਕ ਕੈਟਾਗਰੀ ਵਾਸਤੇ, ਚਾਹੇ ਉਹ ਸਰਵਿਸ ਵੋਟਰ ਨੇ, ਚਾਹੇ ਉਹ PWD ਵੋਟਰਸ ਨੇ, ਜਿੰਨੀ ਵੀ ਸੁਸਾਇਟੀ ਦੇ ਸਾਡੇ ਮੈਂਬਰਸ ਨੇ ਜਿਨ੍ਹਾਂ ਨੇ ਵੋਟ ਪਾਉਣੀ ਹੈ, ਉਹਨਾਂ ਦੇ ਬਹੁਤ ਚਾਹੁੰਦਾ ਹੈ ਕਿ ਹਰ ਇੱਕ ਬੰਦਾ ਬੂਥ ਦੇ ਉੱਤੇ ਪਹੁੰਚੇ ਔਰ ਆਪਣੀ ਵੋਟ ਦਾ ਇਸਤੇਮਾਲ ਕਰੇ। ਇਸ ਵਾਸਤੇ ਜਿਹੜੇ ਸਾਡੇ ਵਿਜ਼ੂਅਲੀ ਇੰਪੇਅਰਡ ਸਾਡੇ ਵੋਟਰਸ ਹੈਗੇ ਨੇ ਉਹਨਾਂ ਵਾਸਤੇ ਅਸੀਂ ਬ੍ਰੇਲ ਵੋਟਰ ਇਨਫੋਰਮੇਸ਼ਨ ਸਲਿੱਪਸ ਵੀ ਬਣਾਵਾਂਗੇ, ਤਾਂ ਕਿ ਉਹ ਜਿਵੇਂ ਬ੍ਰੇਲ ਲਿਪੀ ਹੁੰਦੀ ਉਹਨਾਂ ਦੇ ਉੱਤੇ ਛਪੀ ਹੋਏਗੀ, ਉਹ ਦੇਖ ਕੇ ਆਪਣਾ ਸਾਰੀ ਜਾਣਕਾਰੀ ਲੈ ਸਕਦੇ ਨੇ। ਇਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੋਟਰ ਗਾਈਡਸ ਵੀ ਕੀਤੀਆਂ ਨੇ ਪ੍ਰੋਵਾਈਡ, ਜਿਹੜੀਆਂ ਕਿ ਅਸੀਂ ਘਰ ਘਰ ਦੇ ਵਿੱਚ ਵੰਡਾਂਗੇ। ਉਸ ਵੋਟਰ ਗਾਈਡ ਦੇ ਵਿੱਚ ਹਰ ਇੱਕ ਵੋਟਰ ਨੂੰ ਉਹਦੇ ਏਰੀਏ ਦੀ ਜਾਣਕਾਰੀ ਦਿੱਤੀ ਜਾਵੇਗੀ, ਉਹਦੀ ਵੋਟ ਕਿੱਥੇ ਹੈ, ਕਿਹੜੇ ਬੂਥ ਦੇ ਉੱਤੇ ਹੈ, ਕਿਹੜੀ ਲੋकेशन ਦੇ ਉੱਤੇ है, वो सारी इन्फॉर्मेशन दी जाएगी। पुलिस ने अपनी मुहिम स्टार्ट करते हुए जितने भी हमारे पास हैबिचुअल ऑफेंडर्स थे उन पर कार्रवाई शुरू कर दी है। अभी तक 149 हैबिचुअल ऑफेंडर्स हमने कार्रवाई करते हुए अरेस्ट किए हैं। इसके साथ देयर इज़ नो टॉलरेंस पॉलिसी ऑन इलिसिट लिकर, लाहन और जो दूसरे बाहर से किसी तरह के भी इंटॉक्सिकेंट सब्सटेंस आ रहे हैं। और आज सवेरे की भी की गई कार्रवाई में भी हमने करीब 35,000 लीटर लाहन और दूसरे अल्कोहल को डिस्ट्रॉय किया है। इसके साथ हमने 25 ग्राम हेरोइन और बीच में कल 55 किलो ओपीएम अभी हमने बुकी भी पड़ी है। तो मैं आपके माध्यम से अपील करूंगा कि अगर आपको भी कहीं पे किसी तरह की इस तरह की इन्फॉर्मेशन आए कि कहीं पे शराब वितरण हो रहा है या किसी तरह का कोई और गैरकानूनी काम हो रहा है, तो हमारे को तुरंत नॉलेज में लाएँ। इसके साथ जो प्रीवियस क्रिमिनल इंसिडेंट्स वाले लोग हमारे शहर में हैं उनकी धरपकड़ की जा रही है। इस वक्त हमारे डाटा के हिसाब से ऑलमोस्ट हमारे सारे जो पास क्रिमिनल्स हैं या तो हम उनको अरेस्ट कर चुके हैं या वो हमारे एरिया को छोड़ के जा चुके हैं। फिर भी अगर आपको लगता है कि कोई भी, क्योंकि हम अपना एक बॉर्डर शेयर करते हैं राजस्थान के साथ, हरियाणा के साथ भी, कोई किसी तरह की अगर आपके मूवमेंट या किसी तरह की वारदात के आपके नॉलेज में आता है तो हमारे साथ ज़रूर शेयर करें। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ। ਚੋਣਾਂ ਤੋਂ ਬਾਅਦ ਬਾਕੀ ਖਬਰਾਂ ਦਾ ਰੁਖ ਕਰਦੇ ਹਾਂ। ਖਬਰ ਭਦੌੜ ਤੋਂ ਹੈ, ਜਿੱਥੇ ਨਗਰ ਕੌਂਸਲ ਦੀ ਲਾਪਰਵਾਹੀ ਇੱਕ ਕਿਸਾਨ ਦੀ ਫਸਲ ਤੇ ਭਾਰੀ ਪਈ ਹੈ। ਕਸਬਾ ਭਦੌੜ 'ਚ ਸ਼੍ਰੋਮਣੀ ਕਮੇਟੀ ਦੀ ਜ਼ਮੀਨ 'ਚ ਛੱਪੜ ਦਾ ਪਾਣੀ ਭਰਨ ਨਾਲ 7 ਏਕੜ ਕਣਕ ਦੀ ਫਸਲ ਤਬਾਹ ਹੋ ਗਈ ਹੈ, ਜੋ ਇੱਕ ਕਿਸਾਨ ਨੇ ਠੇਕੇ ਤੇ ਲਈ ਹੋਈ ਸੀ। ਨਗਰ ਕੌਂਸਲ ਭਦੌੜ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਅਮਰੀਕ ਸਿੰਘ ਨੇ ਕਿਹਾ ਕਿ ਇਹ ਜ਼ਮੀਨ ਠੇਕੇ ਤੇ ਦਿੱਤੀ ਹੋਈ ਸੀ, ਜਿੱਥੇ ਬੀਤੇ ਦਿਨੀ ਹੋਈ ਬਾਰਿਸ਼ ਦੇ ਕਾਰਨ ਛੱਪੜ ਦਾ ਪਾਣੀ ਭਰਨ ਕਰਕੇ ਕਣਕ ਦੀ ਫਸਲ ਖਰਾਬ ਹੋ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਵਾਰ-ਵਾਰ ਨਗਰ ਕੌਂਸਲ ਦੇ ਪ੍ਰਧਾਨ ਨਾਲ ਇਸ ਬਾਰੇ ਗੱਲ ਕੀਤੀ, ਪਰ ਉਹਨਾਂ ਨੂੰ ਰੁੱਖਾ ਜਵਾਬ ਦੇ ਦਿੱਤਾ ਜਾਂਦਾ ਸੀ, ਜਿਸ ਕਰਕੇ ਖਰਾਬ ਹੋਈ ਕਣਕ ਦੀ ਫਸਲ ਦੇ ਮੁਆਵਜ਼ੇ ਲਈ ਉਹ ਵਕੀਲਾਂ ਨਾਲ ਗੱਲਬਾਤ ਕਰਨ ਦੇ ਬਾਅਦ ਨਗਰ ਕੌਂਸਲ ਦੇ ਖਿਲਾਫ ਕੇਸ ਦਾਇਰ ਕਰਨਗੇ। ਇਹ ਸਾਡਾ 3.5 ਲੱਖ ਰੁਪਏ ਦਾ ਨੁਕਸਾਨ ਹੋਇਆ ਬਾਈ। 67,000 ਨੂੰ ਜ਼ਮੀਨ ਲਈ ਵੀ ਸੀ ਸਾਡੀ ਠੇਕੇ ਤੇ। ਅਸੀਂ ਇਹਨਾਂ ਨੂੰ ਕਈ ਵਾਰੀ ਕਿਹਾ ਬਈ ਇਹਦਾ ਕੋਈ ਹੱਲ ਕਰੋ, ਅਸੀਂ ਸਾਫ਼ ਕਰਾ ਦਾਂਗੇ, ਐਂ ਕਰਾ ਦਾਂਗੇ, ਕਿਸੇ ਨੇ ਸਾਫ਼ ਨਹੀਂ ਕਰਾਇਆ। ਨਗਰ ਕੌਂਸਲ ਦੀ ਅਣਗਹਿਲੀ ਦੇ ਨਾਲ ਸਾਡਾ ਨੁਕਸਾਨ ਹੋਇਆ।
ਅਸੀਂ ਹੁਣ ਬੇਨਤੀ ਕਰਦੇ ਹਾਂ ਕਿ ਇਹਦਾ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ। ਇਹ ਜਿਹੜਾ ਪਾਣੀ ਆ ਬਾਈ ਜੀ, ਇਹ ਨੇਕਮਾਨ ਕਿਹੜਾ ਹਾ ਨਾਲ ਬਣਿਆ ਵਾ ਬਗਲਾ, ਇਹਦੇ ਵਿੱਚ ਦੀ ਹੋ ਕੇ ਪਿੰਡ ਦਾ ਪਾਣੀ ਨਗਰ ਕੌਂਸਲ ਦੀ ਅਣਗਹਿਲੀ ਨਾਲ ਸਾਡੀ ਇਸ ਜ਼ਮੀਨ 'ਚ ਪੈ ਰਿਹਾ ਜੀ, ਜਿਹਦੇ ਨਾਲ ਸਾਡੇ 7 ਏਕੜ ਦਾ ਪਲਾਟ ਆ ਜਿਹੜਾ ਤੁਹਾਡੇ ਸਾਹਮਣੇ ਆ ਜੀ, ਤਕਰੀਬਨ 3-3 ਫੁੱਟ ਪਾਣੀ ਖੜਾ, ਕਣਕ ਮਰ ਚੁੱਕੀ ਹੈ। ਇਹ ਬਾਈ ਹਰਦਿਆਲ ਸਿੰਘ ਆ, ਇਹਦੇ ਨਾਂ ਠੇਕੇ ਤੇ ਆ ਜ਼ਮੀਨ ਜੀ, 67,000 ਨੂੰ। ਪਰ ਜਿਹੜਾ ਇਹ ਨਗਰ ਕੌਂਸਲ ਦੇ ਆਪਣੇ ਮਾਨਯੋਗ ਪ੍ਰਧਾਨ ਸਾਹਿਬ ਨੇ ਜੀ, ਮਨੀਸ਼ ਜੀ, ਮੈਂ ਉਹਨਾਂ ਨੂੰ ਤਕਰੀਬਨ ਮੀਂਹ ਪੈਣ ਤੋਂ ਮਹੀਨਾ ਕੁ ਪਹਿਲਾਂ ਕਿਹਾ ਵੀ ਜੀ ਖਾਲ ਦੀ ਸਫਾਈ ਕਰਾਓ, ਵੀ ਮੀਂਹ ਜਦੋਂ ਆਉਂਦਾ ਪਾਣੀ ਟੁੱਟ ਜਾਂਦਾ ਹੈ। ਉਹਨਾਂ ਨੇ ਬੜੇ ਰੁੱਖੇ ਸੁਭਾਅ ਨਾਲ ਮੈਨੂੰ ਇੱਕ ਗੱਲ ਕਹੀ, ਕਹਿੰਦਾ ਯਾਰ ਤੁਸੀਂ ਬੰਦ ਕਰ ਦਿਓ। ਮੈਂ ਕਿਹਾ ਵੀ ਜੇ ਅਸੀਂ JCB ਲਾ ਕੇ ਬੰਦ ਕਰਤਾ ਵੀ ਫਿਰ ਤੁਸੀਂ ਪਿੰਡ ਦਾ ਸਾਰਾ ਜਿਹੜਾ ਨਗਰ ਕੌਂਸਲ ਦਾ ਤੁਹਾਡੇ MC ਨੇ, ਤੁਹਾਡੇ ਮੁਹੱਲੇ ਵਾਲੇ ਨੇ ਜੀ, ਫਿਰ ਇਹਨਾਂ ਨੂੰ ਐਂ ਹੋ ਜਾਂਦਾ ਵੀ ਹੁਣ ਸਾਡਾ ਪਾਣੀ ਬੰਦ ਹੋ ਗਿਆ। ਵੀ ਨਗਰ ਕੌਂਸਲ ਆ ਜਿਹੜਾ ਫਰਜ਼ ਦਾ ਤਾਂ ਬਣਦਾ ਵੀ ਇਹਨੂੰ ਸੀਵਰੇਜ ਨਾਲ ਜੋੜੇ, ਪਰ ਸੀਵਰੇਜ ਨਾ ਜੋੜਨ ਦੀ ਬਜਾਏ ਇੱਕ ਰਾਜਨੀਤਿਕ ਮਤਲਬ ਕਿ ਪੈਂਤੜਾ ਵਰਤਿਆ ਜਾਂਦਾ ਸਾਡੇ ਇਸ ਗੁਰਦੁਆਰਾ ਸਾਹਿਬ 'ਚ ਆ ਕੇ, ਵੀ ਇਹ ਪਾਣੀ ਜਿਹਦੇ ਵਿੱਚ ਦੀ ਲੰਘੂ ਜਿਹਨਾਂ ਦੀ। ਪਰੰਤੂ ਜਿਹੜੇ ਜ਼ਿੰਮੇਵਾਰੀ ਲਈ ਸੀ ਨਗਰ ਕੌਂਸਲ ਨੇ, ਬਕਾਇਦਾ ਸਾਡੇ ਕੋਲ ਲਿਖਤੀ ਆਇਆ ਹੋਇਆ ਇਹਨਾਂ ਦਾ, ਬੈਠ ਕੇ ਸਮਝੌਤਾ ਹੋਇਆ ਸੀ। ਜਦੋਂ ਅਸੀਂ ਪਹਿਲਾਂ ਵੀ ਤੁਹਾਨੂੰ ਪਤਾ ਇੱਕ ਵਾਰੀ ਰੌਲਾ ਪਿਆ ਸੀ, ਅਸੀਂ ਬੰਦ ਕਰਤਾ ਸੀ ਪਾਣੀ, ਤੇ ਪਰੰਤੂ ਉਹਨਾਂ ਨੇ ਉਹਦੇ ਤੇ ਅਮਲ ਨਹੀਂ ਕੀਤਾ। ਜਿਹੜਾ ਮਾਨਯੋਗ ਪ੍ਰਧਾਨ ਸਾਹਿਬ ਆ, ਉਹ EO ਸਾਹਿਬ ਤਾਂ ਮੈਨੂੰ ਲੱਗਦਾ ਭਦੌੜ 'ਚ ਆਪਣੇ ਊਂ ਹੀ ਚਲੇ ਗਏ, ਇੱਥੋਂ ਸਿੱਧਾ ਆਉਂਦੇ ਹੀ ਨਹੀਂ, ਉਹ ਤਾਂ ਕਦੇ ਮਿਲੇ ਹੀ ਨਹੀਂ। ਜਦੋਂ ਜਾ ਵੜੋ ਛੁੱਟੀ ਤੇ ਜੀ, ਉਹ ਇੱਥੇ ਆ ਨਹੀਂ ਰਹੇ ਜੀ। ਜਿਹਨਾਂ ਦੀ ਕਹਿਣ ਦਾ ਮਤਲਬ ਨਗਰ ਕੌਂਸਲ ਦਾ ਬਹੁਤ ਬੁਰਾ ਹਾਲ ਆ ਬਾਈ ਜੀ। ਇਹ ਪਾਣੀ ਦੀ ਸਾਡੀ ਜਿਹੜੀ 7 ਏਕੜ ਫਸਲ ਮਰ ਗਈ, ਹੁਣ ਇਹਦੇ ਮੁਆਵਜ਼ੇ ਦੀ ਖਾਤਰ ਅਸੀਂ ਨਗਰ ਕੌਂਸਲ ਪ੍ਰਧਾਨ ਸਾਹਿਬ ਤੇ ਜਿਹੜਾ EO ਆ ਜੀ, ਉਹ ਤੇ ਅਸੀਂ ਕੇਸ ਵੀ ਕਰਾਂਗੇ। ਕੱਲ੍ਹ ਨੂੰ ਕੋਸ਼ਿਸ਼ ਕਰਾਂਗੇ ਵੀ ਅਸੀਂ ਵਕੀਲ ਨੂੰ ਮਿਲ ਕੇ ਤੇ ਕੇਸ ਦਾਇਰ ਕਰ ਦਈਏ। ਤੇ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਸਾਰਾ ਟੋਭਾ ਟੁੱਟਿਆ ਹੈ, ਇਹ ਅਣਗਹਿਲੀ ਨਾਲ ਟੁੱਟਿਆ ਹੋਇਆ, ਤੇ ਅਸੀਂ ਇਹਨੂੰ ਪੱਕਾ ਤੌਰ ਤੇ ਬੰਦ ਕਰਾਂਗੇ ਜੀ ਜਿੱਦਣ ਸਾਡਾ ਸੁੱਕ ਗਿਆ ਇਹ। ਕਸਬਾ ਭਦੌੜ ਤੋਂ ਰਜਿੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਬਠਿੰਡਾ ਖਬਰਨਾਮਾ। ਤੇ ਉਧਰ ਜਲਾਲਾਬਾਦ ਵਿੱਚ ਇੱਕ ਮਿਠਾਈ ਦੀ ਦੁਕਾਨ ਤੇ ਚੌਥੀ ਵਾਰ ਚੋਰਾਂ ਦੀ ਮਾਰ ਪਈ ਹੈ, ਔਰ ਚੋਰ ਜਿਹੜੇ ਨੇ ਮਿਠਾਈਆਂ ਤੱਕ ਚੋਰੀ ਕਰਕੇ ਲੈ ਕੇ ਜਾਂਦੇ ਨੇ ਹਰ ਵਾਰ। ਬੀਤੀ ਰਾਤ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ 'ਚ ਚੋਰਾਂ ਨੇ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਇੱਥੋਂ ਕਰੀਬ 15,000 ਰੁਪਏ ਦਾ ਸਮਾਨ ਅਤੇ ਮਠਿਆਈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਥੋਂ ਫਰਾਰ ਹੋ ਗਏ। ਪੀੜਤ ਦੁਕਾਨ ਮਾਲਕ ਦੇ ਦੱਸਣ ਮੁਤਾਬਕ ਪਹਿਲਾਂ ਵੀ 3 ਵਾਰ ਉਸ ਦੀ ਦੁਕਾਨ ਵਿੱਚ ਚੋਰੀ ਹੋ ਚੁੱਕੀ ਹੈ ਤੇ ਹੁਣ ਵੀ ਚੋਰਾਂ ਨੇ ਛੱਤ ਨੂੰ ਸੰਨ ਲਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੀੜਤ ਦੁਕਾਨਦਾਰ ਤੇ ਆਸ-ਪਾਸ ਦੇ ਹੋਰ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਰਾਤ ਨੂੰ ਦੁਕਾਨ ਵਧਾ ਕੇ ਜਾਈਗਾ, ਸਵੇਰ ਖੋਲੀਗਾ ਆ ਕੇ, ਤੇ ਰਾਤ ਨੂੰ ਲਗਭਗ 2 ਵਜੇ ਜਿਹੜੀ ਇਹ ਘਟਨਾ ਵਾਪਰੀ ਹੈ, ਅਸੀਂ ਹਲਵਾਈ ਦਾ ਕਰਦੇ ਹਾਂ ਜੀ। ਅੱਛਾ ਜੀ। ਪਹਿਲਾਂ 4 ਵਾਰੀ ਹੋ ਗਈ ਚੋਰੀ। ਅੱਛਾ ਜੀ। 4 ਵਾਰੀ ਹੋਈ, 15/1/2021 ਨੂੰ ਪਹਿਲੀ ਉਹ ਚੋਰੀ ਹੋਈ ਸੀ, ਇਸ ਤਰ੍ਹਾਂ 1/23/2 ਨੂੰ ਹੋਈ ਸੀ ਚੋਰੀ। ਇਸ ਤਰ੍ਹਾਂ ਲਗਭਗ 3 ਚੋਰੀ ਹੋਈ ਸੀ, ਚੌਥੀ ਪੁਲਿਸ ਦਾ ਇਹੋ ਵੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਜੋ ਮਿਲ ਗਿਆ ਕੰਮ। ਅਜੇ ਤੱਕ ਸਾਨੂੰ ਤਾਂ ਕੋਈ ਨਹੀਂ ਕੋਈ ਚੋਰ ਪਤਾ ਲੱਗਿਆ। ਅਸੀਂ ਮੰਗ ਇਹੀ ਕਰਨੇ ਵੀ ਸਾਨੂੰ ਚੋਰ ਦੋਸ਼ੀ ਫੜੇ ਜਾਣ ਤੇ ਸਾਡਾ ਕਾਨੂੰਨੀ ਬੰਦਾ ਹੱਕ ਦਿੱਤਾ ਜਾਏ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਬਠਿੰਡਾ ਵਿੱਚ ਸਰਕਾਰ ਦੇ ਲਾਰੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਹੁਣ ਸਰਕਾਰੀ ਅਫਸਰਸ਼ਾਹੀ ਨੂੰ ਭਾਰੀ ਪੈਣ ਲੱਗੇ ਨੇ। ਪਿਛਲੇ ਦਿਨਾਂ ਦੇ ਵਿੱਚ ਜੋ ਪੱਕਾ ਧਰਨਾ ਲਗਾਇਆ ਗਿਆ ਸੀ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਤੇ ਹੋਰ ਕਿਸਾਨ ਸੰਗਠਨਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ, ਮੁਆਵਜ਼ੇ ਦੀ ਮੰਗ ਨੂੰ ਲੈ ਕੇ, ਉਸ ਦੇ ਸੰਬੰਧ ਦੇ ਵਿੱਚ ਜੋ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਉਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ, ਜਿਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਦੇ ਇਹ ਆਗੂ ਤੇ ਵਰਕਰ ਜਿਹੜੇ ਨੇ ਉਹ ਝੰਡੇ ਲੈ ਕੇ SDM ਦੇ ਦਫ਼ਤਰ ਦਾ ਘਿਰਾਓ ਕਰਕੇ ਬੈਠ ਗਏ। ਸੋ ਜ਼ਾਹਿਰ ਹੈ ਕਿਤੇ ਨਾ ਕਿਤੇ ਪਿਛਲੀ ਸਰਕਾਰ ਦੇ ਲਾਰੇ ਜਿਹੜੇ ਨੇ ਹੁਣ ਅਧਿਕਾਰੀਆਂ ਨੂੰ ਭੁਗਤਣੇ ਪੈ ਰਹੇ ਨੇ। ਸੁਣਾਉਂਦੇ ਹਾਂ ਕੀ ਹੈ ਇਹਨਾਂ ਕਿਸਾਨਾਂ ਦੀ ਮੰਗ। ਅਸੀਂ ਪਿਛਲੇ ਦਿਨਾਂ ਤੋਂ ਵੀ ਧਰਨਾ ਇੱਥੇ ਲੱਗਿਆ ਸੀ, ਜਿਹੜੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅਸੀਂ ਵੰਡ ਵਡਾਈ ਦੇ ਰੂਪ 'ਚ ਉਹ ਲਗਾਤਾਰ ਚੱਲ ਰਿਹਾ ਸੀ। ਹੁਣ ਵੀ ਅਸੀਂ ਲਿਸਟਾਂ ਚੈੱਕ ਕਰੀਆਂ ਜਿਹੜੀਆਂ ਪਿਛਲੇ ਦਿਨਾਂ 'ਚ ADC ਨਾਲ ਮੀਟਿੰਗ ਹੋਈ ਸੀ, ਜਿਹੜੇ ਉੱਚ ਅਧਿਕਾਰੀ ਸਾਰੇ ਬੈਠੇ ਸੀ, SDM ਵਿੱਚ ਸ਼ਾਮਲ ਸੀ। ਇਹਨਾਂ ਨੇ ਇਹ ਭਰੋਸਾ ਦਿੱਤਾ ਸੀ ਵੀ ਤੁਹਾਨੂੰ ਲਿਸਟਾਂ ਜਾਰੀ ਕਰਦੇ ਹਾਂ ਅਸੀਂ, ਲਿਸਟਾਂ ਤੋਂ ਬਾਅਦ ਜੇ ਤੁਹਾਨੂੰ ਇਹ ਲੱਗਿਆ ਵੀ ਇਹਦੇ 'ਚ ਠੀਕ ਕਰਨ ਵਾਲੀਆਂ ਜਾਂ ਕੋਈ ਸੋਧਾਂ ਕਰਨ ਵਾਲੀਆਂ ਉਹ ਤੁਸੀਂ ਕਰਵਾਓ। ਪਰ ਅਸੀਂ ਲਿਸਟਾਂ ਆਪ ਖੁਦ ਜਾ ਕੇ ਪਟਵਾਰਖਾਨੇ ਚੈੱਕ ਕਰੀਆਂ, ਜਿਹੜੀਆਂ ਸਾਰੇ ਖਾਤਿਆਂ 'ਚ ਜਾਣੀ ਪੇਮੈਂਟ ਪਾਉਣ ਦਾ ਇਹਨਾਂ ਨੇ ਫੈਸਲਾ ਕਰਿਆ। ਜਿਹੜਾ ਮੁਆਵਜ਼ਾ ਦੇਣਾ ਉਹ ਇੱਕ ਪੀੜਤ ਪਰਿਵਾਰ ਆ, ਉਹਦੇ ਥਾਂ ਤੇ ਜਿੰਨੇ ਸਾਂਝੇ ਖਾਤੇ ਆ ਉਹ ਸਾਰਿਆਂ 'ਚ ਭੇਜਣ ਦਾ ਫੈਸਲਾ ਕਰਿਆ। ਇਸ ਦੇ ਵਿਰੋਧ 'ਚੋਂ ਅਸੀਂ ਆਏ ਆ। SDM ਸਾਹਿਬ ਨਾਲ ਮੀਟਿੰਗ ਹੋ ਗਈ ਇੱਕ, ਉਦੋਂ ਬਾਅਦ ਜ਼ਿਲ੍ਹੇ ਦੀ ਟੀਮ ਵੀ ਆ ਰਹੀ ਆ, ਦੁਬਾਰੇ ਫੇਰ ਅਸੀਂ ਮੀਟਿੰਗ 'ਚ ਬੈਠਾਂਗੇ। ਜੇ ਕੋਈ ਇਹਦਾ ਪੱਕਾ ਹੱਲ ਨਾ ਨਿਕਲਿਆ ਤਾਂ ਅੱਗੇ ਤਾਂ ਅਸੀਂ ਬਾਹਰ ਬੈਠਦੇ ਹੁੰਦੇ ਸੀ, ਹੁਣ ਅੰਦਰ ਬੈਠਾਂਗੇ। ਇੱਥੇ ਮਜਬੂਰ ਕਰਤਾ ਹਕੂਮਤ ਨੇ, ਕਿਉਂਕਿ ਜਿਹੜੀ ਅਸੀਂ ਮੁਆਵਜ਼ੇ ਦੀ ਮੰਗ ਕਰੀ ਸੀ ਉਹਨੂੰ ਸਹੀ ਰੂਪ 'ਚ ਵੰਡਣ ਨੂੰ ਤਿਆਰ ਨਹੀਂ ਇੱਥੋਂ ਦੀ ਹਕੂਮਤ। ਇਸ ਦੇ ਵਿਰੋਧ 'ਚ ਅਸੀਂ ਅੱਜ SDM ਸਾਹਿਬ ਕੋਲੇ ਆਏ। ਜਾਂਦੇ ਜਾਂਦੇ ਫਿਰ ਇੱਕ ਨਜ਼ਰ ਬੁਲੇਟਿਨ ਦੀਆਂ ਖਾਸ ਖਬਰਾਂ ਤੇ।
ਚੋਣ ਪ੍ਰਬੰਧਾਂ ਦੀ ਚੁਣੌਤੀ ਨਾਲ ਨਿਪਟਣ ਲਈ ਸਰਕਾਰੀ ਤੰਤਰ ਹੋਇਆ ਸਰਗਰਮ। ਚੋਣ ਜ਼ਾਬਤਾ ਸਖਤੀ ਨਾਲ ਲਾਗੂ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਹਨ ਹਦਾਇਤਾਂ। ਚੋਣ ਅਧਿਕਾਰੀਆਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਹੋਇਆ ਤੇਜ਼। ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਕੀਤਾ ਜਾ ਰਿਹਾ ਹੈ ਪੁਖਤਾ। ਬਠਿੰਡਾ ਵਿੱਚ ਪੁੱਜੀਆਂ BSF ਦੀਆਂ 3 ਕੰਪਨੀਆਂ। ਥਾਂ-ਥਾਂ ਤੇ ਨਾਕਾਬੰਦੀ ਕਰਕੇ ਕੀਤੀ ਜਾ ਰਹੀ ਹੈ ਚੈਕਿੰਗ। ਇੰਟਰਸਟੇਟ ਬਾਰਡਰ ਵੀ ਕੀਤਾ ਗਿਆ ਸੀਲ। ਵੋਟਾਂ ਨੇੜੇ ਆਉਂਦਿਆਂ ਹੀ ਨੇਤਾ ਜੀ ਚੱਲੇ ਡੇਰਿਆਂ ਵੱਲ। ਕਾਂਗਰਸ, ਆਪ ਅਤੇ ਭਾਜਪਾ ਆਗੂ ਪੁੱਜੇ ਡੇਰਾ ਸਲਾਦਪੁਰਾ ਨਾਮ ਚਰਚਾ ਵਿੱਚ। ਚੋਣਾਂ ਮੌਕੇ ਤੇਜ਼ੀ ਨਾਲ ਵਧਣ ਲੱਗਿਆ ਕਰੋਨਾ ਦਾ ਪ੍ਰਕੋਪ। ਸੋਮਵਾਰ ਨੂੰ ਬਠਿੰਡਾ ਵਿੱਚ 203 ਨਵੇਂ ਕਰੋਨਾ ਪੋਜ਼ਿਟਿਵ ਮਰੀਜ਼ ਆਏ ਸਾਹਮਣੇ। ਅਤੇ ਕਿਸਾਨ ਆਗੂ ਰੁਲਦੂ ਸਿੰਘ ਹੋਣਗੇ ਮਾਨਸਾ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ। ਖੁਦ ਕੀਤਾ ਐਲਾਨ। ਬਠਿੰਡਾ ਖਬਰਨਾਮਾ ਵਿੱਚ ਹੁਣ ਤੱਕ ਲਈ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।